ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਗॉड ਬlesਸ ਯੂ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਅੱਜ God bless you all, brothers and sisters, today. ਆਓ ਆਪਾਂ ਸਿੱਧਾ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਤੇ ਪਰਮੇਸ਼ਰ ਦਾ ਵਚਨ ਸਿੱਖਾਂਗੇ ਅੱਜ And we're going to go directly in the Word of God and learn God's Word today. ਆਪਾਂ ਇਹਨਾਂ ਦਿਨਾਂ ਵਿੱਚ ਰੈਵਲੇਸ਼ਨ ਦੀ ਸਟੱਡੀ ਕਰ ਰਹੇ ਹਾਂ We are studying the book of Revelations in these days. ਆਪਾਂ ਦੇਖ ਰਹੇ ਹਾਂ ਕਿ ਟਾਈਮ ਬਹੁਤ ਨਜ਼ਦੀਕ ਹੈਗਾ ਆ ਕਿ ਜਦੋਂ ਤੂਰੀ ਫੂਕੀ ਜਾਵੇਗੀ ਤੇ ਚਰਚ ਜਿਹੜਾ ਹੈਗਾ ਉਹਦੀ ਰੈਪਚਰ ਹੋ ਜਾਏਗੀ ਤੇ ਚਰਚ ਜਿਹੜਾ ਚੱਕਿਆ ਜਾਵੇਗਾ ਸਵਰਗ ਨੂੰ And we see that the time is very near when the trumpet will be blown and the church will be lifted up, the rapture will come. ਜਦੋਂ ਚਰਚ ਚੁੱਕਿਆ ਗਿਆ ਤੇ ਉਦੋਂ 7 ਸਾਲ ਚਰਚ ਉੱਤੇ ਹੋਵੇਗਾ ਸਵਰਗ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਲੇਕਿਨ ਧਰਤੀ ਤੇ 7 ਸਾਲ ਦੇ ਵਾਸਤੇ ਵਿਵਤਾਵਾਂ ਆਣਗੀਆਂ And when the church will be lifted up, the church will be up there in heaven with Lord Jesus for 7 years, but those 7 years there'll be time of tribulations here on this earth. ਹੁਣ ਜਦ ਤੱਕ ਚਰਚ ਇਸ ਧਰਤੀ ਤੇ ਹੈਗਾ ਪ੍ਰਭੂ ਯਿਸੂ ਪਰਮੇਸ਼ਰ ਦੇ ਤਖਤ ਦੇ ਸੱਜੇ ਹੱਥ ਤਖਤ ਤੇ ਬੈਠੇ ਹੈਗੇ ਨੇ ਤੇ ਵਚਨ ਆਖਦਾ ਕਿ ਉਹ ਇੰਟਰਸੀਡ ਕਰ ਰਹੇ ਨੇ ਪ੍ਰੇਅਰ ਕਰ ਰਹੇ ਨੇ ਚਰਚ ਦੇ ਵਾਸਤੇ And while the church is still here, and the word of God says that Lord Jesus is sitting on the right side of of God's throne, and he's interceding for the church. ਲੇਕਿਨ ਜਦੋਂ ਚਰਚ ਚੱਕਿਆ ਗਿਆ ਸਵਰਗ ਨੂੰ ਉਦੋਂ ਕਹਿ ਲਓ ਤੁਸੀਂ ਕਿ ਜਿਹੜੀ ਇੰਟਰਸੈਸ਼ਨ ਮਿਨਿਸਟਰੀ ਹੈਗੀ ਆ ਪ੍ਰਭੂ ਦੀ ਪ੍ਰੇਅਰ ਦੀ ਮਿਨਿਸਟਰੀ ਹੈਗੀ ਆ ਉਹ ਖਤਮ ਉਹਦਾ ਟਾਈਮ ਖਤਮ ਹੋ ਜਾਏਗਾ ਤੇ ਪ੍ਰਭੂ ਯਿਸੂ ਉਸ ਤੱਕ ਤੋਂ ਖੜੇ ਹੋ ਜਾਂਦੇ ਨੇ And when the church will be lifted up, at that time the time of interceding will be completed, and then Lord Jesus will stand up from that throne. ਤੇ ਖੜੇ ਹੋ ਕੇ ਪਰਮੇਸ਼ਰ ਪਿਤਾ ਦੇ ਹੱਥੋਂ ਉਹ ਇੱਕ ਪੋਥੀ ਫੜ ਲੈਂਦੇ ਨੇ ਜਿਹਦੇ ਉੱਤੇ 7 ਮੋਹਰਾਂ ਲੱਗੀਆਂ ਹੋਈਆਂ ਨੇ ਤੇ ਖੜੇ ਹੋ ਕੇ ਉਹ ਮੋਹਰਾਂ ਨੂੰ ਖੋਲਣਾ ਸ਼ੁਰੂ ਕਰ ਦਿੰਦੇ ਨੇ ਯਾਨੀ ਕਿ ਇੰਟਰਸੈਸ਼ਨ ਦਾ ਟਾਈਮ ਖਤਮ ਹੋ ਜਾਂਦਾ ਹੈ ਤੇ ਧਰਤੀ ਤੇ ਜਜਮੈਂਟ ਦਾ ਟਾਈਮ ਸ਼ੁਰੂ ਹੋ ਜਾਂਦਾ ਹੈ And at that time when he stands up, he takes the scroll from Father's hand, and there's 7 seals on it, and he starts opening those 7 seals, and the judgment time on this earth will start. ਸੋ ਪ੍ਰਭੂ ਯਿਸੂ ਪਹਿਲੀ ਸੀਲ ਖੋਲਦੇ ਨੇ ਤੇ ਐਂਟੀ ਕ੍ਰਾਈਸਟ ਇੱਕ ਚਿੱਟੇ ਘੋੜੇ ਤੇ ਬੈਠ ਕੇ ਧਰਤੀ ਤੇ ਆਉਂਦਾ ਹੈ And when the first seal is opened, the Antichrist is sitting on a white horse. He comes to this earth. ਦੂਸਰੀ ਸੀਲ ਖੋਲਦੇ ਨੇ ਇੱਕ ਕਾਲਾ ਘੋੜਾ ਇੱਕ ਲਾਲ ਰੰਗ ਦਾ ਘੋੜਾ ਆਉਂਦਾ ਹੈ ਜਿਹੜਾ ਯੁੱਧ ਲੈ ਕੇ ਆਉਂਦਾ ਹੈ ਇਸ ਧਰਤੀ ਤੇ And the second seal is opened, and the red horse comes down. He brings wars here. ਤੀਸਰੀ ਸੀਲ ਖੋਲੀ ਜਾਂਦੀ ਹੈਗੀ ਹੈ ਤੇ ਇੱਕ ਕਾਲਾ ਘੋੜਾ ਆਉਂਦਾ ਹੈਗਾ ਇਸ ਧਰਤੀ ਤੇ ਫੈਮਿਨ ਲੈ ਕੇ ਯਾਨੀ ਕਿ ਭੁੱਖ ਲੈ ਕੇ And when the third seal is open, a black horse comes here on this earth with the famine all around this world. ਫਿਰ ਚੌਥੀ ਸੀਲ ਖੋਲਦੇ ਨੇ ਪ੍ਰਭੂ ਯਿਸੂ ਤੇ ਇੱਕ ਪੇਲ ਰੰਗ ਦਾ ਘੋੜਾ ਜਿਹੜਾ ਹੈਗਾ ਯੈਲੋਇਸ਼ ਕਲਰ ਦਾ ਘੋੜਾ ਹੈਗਾ ਉਹ ਆਉਂਦਾ ਆ ਜਿਹਦੇ ਤੇ ਮੌਤ ਸਵਾਰ ਹੋਈ ਹੁੰਦੀ ਹੈ And the fourth seal is being opened, and a pale horse comes down, and death comes with it. ਪੰਜਵੀਂ ਸੀਲ ਖੋਲਦੇ ਨੇ ਪ੍ਰਭੂ ਯਿਸੂ ਮਸੀਹ ਤੇ ਪੰਜਵੀਂ ਸੀਲ ਦੇ ਵਿੱਚ ਉਹ ਆਤਮਾਵਾਂ ਜਿਹੜੀਆਂ 7 ਸਾਲ ਦੇ ਵਿੱਚ ਤਰਫਾਈਆਂ ਜਾਣਗੀਆਂ ਤੇ ਮਾਰੀਆਂ ਜਾਣਗੀਆਂ ਉਹਨਾਂ ਦੀਆਂ ਆਤਮਾਵਾਂ ਪਰਮੇਸ਼ਰ ਦੇ ਤਖਤ ਦੇ ਸਾਹਮਣੇ ਪੁਕਾਰ ਰਹੀਆਂ ਨੇ ਤੇ ਜਜਮੈਂਟ ਕਲੇਮ ਕਰ ਰਹੀਆਂ ਨੇ And in fifth seal is open, and then those souls that they've been persecuted, those souls are crying and claiming judgment in front of the Lord. ਛੇਵੀਂ ਸੀਲ ਖੋਲ੍ਹੀ ਹੈਗੀ ਹੈ ਤੇ ਬਹੁਤ ਬੜਾ ਅਰਥਕੁਇਕ ਆਉਂਦਾ ਹੈ ਤੇ ਸਾਰੀਆਂ ਜਿਹੜੀਆਂ ਸਵਰਗ ਦੀਆਂ ਸ਼ਕਤੀਆਂ ਹੈਗੀਆਂ ਨੇ ਉਹ ਹਿੱਲ ਜਾਂਦੀਆਂ ਨੇ And seal sixth, when is being opened, a big earthquake takes place and everything is shaken. ਫਿਰ ਸੱਤਵੀਂ ਸੀਲ ਖੋਲ੍ਹਦੇ ਹੈਗੇ ਨੇ ਤੇ ਜਦੋਂ ਸੱਤਵੀਂ ਸੀਲ ਖੁੱਲ੍ਹਦੀ ਆ ਤੇ ਸੱਤਵੀਂ ਸੀਲ ਦੇ ਵਿੱਚ ਆਪ ਕੁਛ ਨਹੀਂ ਹੁੰਦਾ ਲੇਕਿਨ ਸੱਤਵੀਂ ਸੀਲ ਦੇ ਵਿੱਚ 7 ਤੁਰੀਆਂ ਹੁੰਦੀਆਂ ਨੇ And when the seventh seal is open, in that seventh seal, the 7 trumpets are being opened. ਤੇ ਜਦ 6 ਸੀਲ ਦਾ ਜਿਹੜਾ ਸਮਾਂ ਹੈਗਾ ਉਹ ਪਹਿਲੇ 3.5 ਸਾਲ ਹੈਗੇ ਨੇ ਤੇ ਜਦੋਂ ਸੱਤਵੀਂ ਸੀਲ ਖੁੱਲ੍ਹਦੀ ਹੈ ਯਾਨੀ ਕਿ 3.5 ਸਾਲ ਤੋਂ ਬਾਅਦ ਦਾ ਸਮਾਂ ਜਿਹਨੂੰ ਗ੍ਰੇਟ ਟ੍ਰਿਬੂਲੇਸ਼ਨ ਕਹਿੰਦੇ ਨੇ ਉਹ ਸ਼ੁਰੂ ਹੋ ਜਾਂਦਾ ਹੈ And the first 6 seals, when they're being opened, that takes 3.5 years. And when the 7th seal is open, and that 7th seal is another 3.5 years, it is also known as Great Tribulation time. ਉਸ ਤੋਂ ਬਾਅਦ ਪਹਿਲਾ ਟਰੰਪਟ ਜਿਹੜਾ ਹੈਗਾ ਆ ਉਹ ਵੱਜਦਾ ਹੈ ਤੇ 7 ਦੂਤ ਜਿਹੜੇ ਹੈਗੇ ਨੇ ਉਹ ਆਪਣੀ ਟਰੰਪਟ ਲੈ ਕੇ ਅੱਗੇ ਆ ਜਾਂਦੇ ਨੇ ਤੇ ਜਦੋਂ ਪਹਿਲਾ ਬਿਗਲ ਵਜਾਉਂਦਾ ਆ ਦੂਤ ਉਹ ਪਹਿਲੇ ਬਿਗਲ ਦੇ ਨਾਲ ਸੁਰਗ ਦੇ ਵਿੱਚੋਂ ਗੜੇ ਡਿੱਗਦੇ ਹੈਗੇ ਨੇ ਤੇ ਕਹਿ ਲਓ ਕਿ ਸਾਰੇ ਜਿਹੜੇ ਸਮੁੰਦਰ ਦਾ ਪਾਣੀ ਹੁੰਦਾ ਹੈਗਾ ਉਹ ਅੱਗ ਡਿੱਗਦੀ ਹੈ ਤੇ ਸਮੁੰਦਰ ਦਾ ਪਾਣੀ ਜਿਹੜਾ ਹੈਗਾ ਉਹ ਲਾਲ ਹੋ ਜਾਂਦਾ ਹੈ ਲਹੂ ਵਰਗਾ And when the fourth trumpet is being blown, and the angel blows that, and then the big hailstorms happen on this earth, and the fire is being thrown on all the water of this earth becomes red as blood.
ਦੂਸਰਾ ਦੂਤ ਤੁਰੀ ਫੂਕਦਾ ਹੈ। ਜਦੋਂ ਦੂਸਰਾ ਦੂਤ ਤੁਰੀ ਫੂਕਦਾ ਹੈ, ਇੱਕ ਬਹੁਤ ਵੱਡੇ ਪਹਾੜ ਵਾਂਗੂ ਕੋਈ ਚੀਜ਼ ਪਾਣੀ 'ਚ ਆ ਕੇ ਡਿੱਗਦੀ ਹੈ, ਜਿਹਦੇ ਨਾਲ ਸਾਰੇ ਪਾਣੀ ਜਿਹੜੇ ਹੈਗੇ ਨੇ ਉਹ ਪੋਇਜ਼ਨ ਕੀਤੇ ਜਾਂਦੇ ਨੇ ਤੇ ਉਹ ਪਾਣੀ ਜਿਹੜੇ ਹੈਗੇ ਨੇ ਉਹ ਲਾਲ ਰੰਗ ਦੇ ਹੋ ਜਾਂਦੇ ਨੇ। And when the second trumpet is being blown by the angel, then something big like a mountain comes down in the oceans. It gets thrown in the oceans, and all the waters become like poison at that time. ਲਾਲ ਰੰਗ ਦੇ ਪਾਣੀ ਹੋ ਜਾਂਦੇ ਨੇ And the ਸਾਰੇ। water becomes all red. ਉਹ ਤੋਂ ਬਾਅਦ ਤੀਸਰਾ ਬਿਗਲ ਵੱਜਦਾ ਹੈਗਾ ਤੇ ਜਦੋਂ ਇੱਕ ਤਾਰਾ ਜਿਹੜਾ ਹੈਗਾ ਜ਼ਹਿਰੀਲਾ ਤਾਰਾ ਆ ਕੇ ਮਿੱਠੇ ਪਾਣੀਆਂ ਤੇ ਡਿੱਗਦਾ, ਜਾਨੀ ਕਿ ਦਰਿਆਵਾਂ ਤੇ ਡਿੱਗਦਾ ਤੇ ਸਾਰੇ ਦਰਿਆ ਜਿਹੜੇ ਹੈਗੇ ਨੇ ਉਹਨਾਂ ਦਾ ਪਾਣੀ ਵੀ ਕਹਿ ਲਓ ਕਿ ਜ਼ਹਿਰੀਲਾ ਹੋ ਜਾਂਦਾ ਹੈ। And then the third trumpet is blown, and a big star comes and falls on the rivers, and the waters of the rivers become bitter as well. ਉਹ ਤੋਂ ਬਾਅਦ ਚੌਥਾ ਬਿਗਲ ਜਦੋਂ ਵੱਜਦਾ ਆ, ਉਦੋਂ ਤੀਸਰਾ ਹਿੱਸਾ ਸੂਰਜ ਦਾ ਦਿਖਣੋਂ ਬੰਦ ਹੋ ਜਾਂਦਾ ਹੈ ਤੇ ਚੰਦ ਤੇ ਤਾਰੇ ਜਿਹੜੇ ਹੈਗੇ ਨੇ, ਸਵਰਗ ਦੀਆਂ ਚੀਜ਼ਾਂ ਜਿਹੜੀਆਂ ਨੇ ਹਿੱਲ ਜਾਂਦੀਆਂ ਨੇ ਤੇ ਤੀਸਰਾ ਹਿੱਸਾ ਜਿਹੜਾ ਉਹਨਾਂ ਦਾ ਕੰਮ ਕਰਨਾ ਬੰਦ ਕਰ ਜਾਂਦਾ ਹੈ, ਨਜ਼ਰ ਨਹੀਂ ਆਉਂਦਾ। And when the fourth trumpet has been blown, then 1/3 of the sun is hidden. We can't see it, and the things up there, the stars and moons, everything gets shaken. ਉਹ ਤੋਂ ਬਾਅਦ ਭਰਾਵਾਂ ਤੇ ਭੈਣਾਂ ਗਾਹਾਂ ਪੰਜਵਾਂ ਬਿਗਲ ਜਿਹੜਾ ਹੈਗਾ ਆ ਉਹ ਵੱਜਣ ਜਾ ਰਿਹਾ ਹੈਗਾ ਆ। And now we're gonna see in the fifth trumpet is about to being blown right now. ਜਦੋਂ ਪੰਜਵਾਂ ਬਿਗਲ ਵੱਜਦਾ ਆ, ਉਦੋਂ ਰੂਹਾਨੀ ਤੌਰ ਤੇ ਇੱਕ ਐਸੀ ਬੋਟਮਲੈਸ ਪਿਟ ਦੇ ਵਿੱਚੋਂ, ਐਸੀ ਜਗ੍ਹਾ ਦੇ ਵਿੱਚੋਂ ਜਿਸ ਜਗ੍ਹਾ ਦੇ ਵਿੱਚ ਬਦਰੂਆਂ ਬੰਦ ਸੀਗੀਆਂ, ਉਹ ਦੂਤ ਬੰਦ ਕੀਤੇ ਹੋਏ ਸੀ ਕਿੰਨੇ ਸਾਲਾਂ ਤੋਂ, ਉਹ ਖੁੱਲ੍ਹਦੇ ਨੇ ਤੇ ਉਹ ਆ ਕੇ ਇਸ ਦੁਨੀਆ ਤੇ ਲੋਕਾਂ ਦਾ ਐਸਾ ਹਾਲ ਕਰਦੇ ਨੇ ਕਿ ਲੋਕਾਂ ਦੀਆਂ ਚੀਕਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। And when the fifth trumpet is blown, the angels and those evil angels, they were tied up down there somewhere at the bottomless pit, and they are being released. And when they come on this earth, and that people get in trouble and they're screaming, running around here and there. ਤੇ ਉਹਨਾਂ ਦੇ ਨਾਲ ਜਿਹੜੇ ਧਰਤੀ ਦੇ ਵਾਸੀ ਹੋਣਗੇ, ਉਹਨਾਂ ਨੂੰ ਜਦੋਂ ਦੱਸਣਗੇ ਇਹ ਬਿੱਛੂ, ਇਹ ਡੀਮਨਸ, ਉਹ 5 ਮਹੀਨੇ ਦੇ ਵਾਸਤੇ ਤੜਫਣਗੇ ਤੇ ਚੀਕਾਂ ਮਾਰਨਗੇ, ਜਿੱਦਾਂ ਮੈਂ ਦੱਸਿਆ ਤੁਹਾਨੂੰ, ਬਚਾਓ ਦੀਆਂ ਚੀਕਾਂ ਮਾਰਨਗੇ, ਲੇਕਿਨ ਉਹਨਾਂ ਨੂੰ ਮੌਤ ਤੱਕ ਵੀ ਨਹੀਂ ਆਵੇਗੀ ਤੇ ਉਹਨਾਂ ਤੇ ਜਿਹੜੀ ਜ਼ਹਿਰ ਨੇ ਅਸਰ ਕੀਤਾ ਹੋਏਗਾ, ਉਹ ਜ਼ਹਿਰ ਦਾ ਅਸਰ ਐਸਾ ਹੋਏਗਾ ਜਿਸ ਤਰ੍ਹਾਂ ਬਿੱਛੂ ਨੇ ਡੰਗ ਮਾਰਿਆ ਹੋਵੇ। And for 5 months, at that time when these bottomless pit souls and angels, those evil, they will be here. The people on this earth, they will be screaming because those evil angels will be like biting them like scorpions. For 5 months, those people will be begging for death, and they wouldn't be able to die even. It will be a really terrible time for them. ਸੋ ਆਓ ਅੱਜ ਪਰਮੇਸ਼ਰ ਵਿੱਚ ਜਾਵਾਂਗੇ, ਕਿਉਂਕਿ ਆਪਾਂ ਅੱਜ ਇਹ ਪੰਜਵੀਂ ਤੁਰੀ ਦੇ ਬਾਰੇ ਪੜ੍ਹਨ ਜਾ ਰਹੇ ਹੈਗੇ ਪਰਮੇਸ਼ਰ ਦੇ ਵਿੱਚੋਂ। And today we are about to read the fifth trumpet, and that's what we're going to read in the Word of God today. ਰੈਵਲੇਸ਼ਨ ਦੀ ਕਿਤਾਬ ਦੇ ਵਿੱਚੋਂ 9ਵਾਂ ਚੈਪਟਰ, ਉਹਦੇ ਪਹਿਲੇ 12 ਵਰਸ ਪੜਾਂਗੇ ਆਪਾਂ, ਜਿਹਦੇ ਵਿੱਚ ਬਿਆਨ ਕੀਤਾ ਗਿਆ ਹੈਗਾ ਇਸ ਪੰਜਵੇਂ ਬਿਗਲ ਦੇ ਬਾਰੇ। And we're going to read the book of Revelation chapter 9. We're going to read first 12 verses, and that's where it explains the fifth trumpet. ਜੀ ਹਾਂ। ਪੰਜਵੇਂ ਸਵਰਗਦੂਤ ਨੇ ਬਿਗਲ ਵਜਾਇਆ ਤਾਂ ਮੈਂ ਦੇਖਿਆ ਕਿ ਆਕਾਸ਼ ਤੋਂ ਇੱਕ ਤਾਰਾ ਟੁੱਟ ਕੇ ਧਰਤੀ ਤੇ ਡਿੱਗਾ। ਉਸ ਤਾਰੇ ਨੂੰ ਪਤਾਲ ਦੇ ਮੂੰਹ ਦੀ ਕੁੰਜੀ ਦਿੱਤੀ ਗਈ। ਉਸ ਨੇ ਉਸ ਕੁੰਜੀ ਨਾਲ ਪਤਾਲ ਦਾ ਮੂੰਹ ਖੋਲ ਦਿੱਤਾ ਅਤੇ ਉਸ ਦੇ ਖੋਲਦਿਆਂ ਹੀ ਪਤਾਲ ਵਿੱਚੋਂ ਇਸ ਤਰ੍ਹਾਂ ਦਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਇੱਕ ਵੱਡੀ ਭੱਠੀ ਵਿੱਚੋਂ ਨਿਕਲ ਰਿਹਾ ਹੋਵੇ। ਉਸ ਧੂਏ ਦੇ ਕਾਰਨ ਸੂਰਜ ਅਤੇ ਹਵਾ ਦਾ ਰੰਗ ਕਾਲਾ ਹੋ ਗਿਆ। ਉਸ ਧੂਏ ਵਿੱਚੋਂ ਇੱਕ ਪ੍ਰਕਾਰ ਦੀਆਂ ਟਿੱਡੀਆਂ ਧਰਤੀ ਤੇ ਨਿਕਲ ਆਈਆਂ ਅਤੇ ਉਹਨਾਂ ਟਿੱਡੀਆਂ ਨੂੰ ਧਰਤੀ ਉਤਲੇ ਰਹਿਣ ਵਾਲੇ ਠੂਹਿਆਂ ਵਾਲੀ ਸ਼ਕਤੀ ਦਿੱਤੀ ਗਈ। ਉਹਨਾਂ ਟਿੱਡੀਆਂ ਨੂੰ ਇਹ ਆਗਿਆ ਦਿੱਤੀ ਗਈ ਕਿ ਕੇਵਲ ਉਹਨਾਂ ਮਨੁੱਖਾਂ ਦੀ ਹੀ ਹਾਨੀ ਕਰਨ ਜਿਨ੍ਹਾਂ ਦੇ ਮੱਥਿਆਂ ਤੇ ਪਰਮੇਸ਼ਰ ਦੀ ਮੋਹਰ ਦਾ ਨਿਸ਼ਾਨ ਨਹੀਂ ਹੈ। ਉਹਨਾਂ ਨੂੰ ਧਰਤੀ ਦੇ ਕਿਸੇ ਵੀ ਪ੍ਰਕਾਰ ਦੇ ਸਾਗ ਪੱਤ ਜਾਂ ਘਾਹ ਫੂਸ ਜਾਂ ਰੁੱਖ ਦੀ ਹਾਨੀ ਕਰਨ ਤੋਂ ਮਨਾ ਕੀਤਾ ਗਿਆ। ਉਹਨਾਂ ਨੂੰ ਮਨੁੱਖਾਂ ਨੂੰ ਜਾਨੋਂ ਮਾਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ, ਕੇਵਲ 5 ਮਹੀਨਿਆਂ ਤੱਕ ਸਰੀਰਕ ਪੀੜਾਂ ਦੇਣ ਦੀ ਆਗਿਆ ਦਿੱਤੀ ਸੀ। ਉਹਨਾਂ ਦੁਆਰਾ ਦਿੱਤੀ ਪੀੜ ਠੂਹੇ ਦੇ ਕੱਟੇ ਮਨੁੱਖ ਨੂੰ ਹੋਣ ਵਾਲੀ ਪੀੜ ਦੇ ਵਾਂਗ ਸੀ। ਉਹਨਾਂ ਦਿਨਾਂ ਵਿੱਚ ਮਨੁੱਖ ਮੌਤ ਦੇ ਚਾਹਵਾਨ ਹੋਣਗੇ ਪਰ ਉਹਨਾਂ ਨੂੰ ਨਹੀਂ ਆਵੇਗੀ। ਉਹ ਮਰਨ ਦੇ ਲਈ ਉਤਾਵਲੇ ਹੋਣਗੇ ਪਰ ਮੌਤ ਉਹਨਾਂ ਤੋਂ ਦੂਰ ਦੌੜੇਗੀ।
ਉਹ ਟਿੱਡੀਆਂ ਦੇਖਣ ਵਿੱਚ ਲੜਾਈ ਲਈ ਤਿਆਰ ਕੀਤੇ ਘੋੜਿਆਂ ਵਾਂਗ ਸਨ। ਉਹਨਾਂ ਦੇ ਸਿਰਾਂ ਤੇ ਤਾਜ ਸਨ ਜੋ ਸੋਨੇ ਦੇ ਲੱਗ ਰਹੇ ਸਨ। ਉਹਨਾਂ ਦੇ ਚਿਹਰੇ ਮਨੁੱਖਾਂ ਦੇ ਚਿਹਰਿਆਂ ਵਰਗੇ ਸਨ। ਉਹਨਾਂ ਦੇ ਵਾਲ ਔਰਤ ਦੇ ਵਾਲਾਂ ਵਾਂਗ ਅਤੇ ਦੰਦ ਸ਼ੇਰ ਦੇ ਦੰਦਾਂ ਵਰਗੇ ਸਨ। ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾਂ ਵਰਗੇ ਅਤੇ ਉਹਨਾਂ ਦੇ ਖੰਭਾਂ ਦੀ ਆਵਾਜ਼ ਉਹਨਾਂ ਰਥਾਂ ਵਰਗੀ ਸੀ ਜੋ ਕਈ ਘੋੜਿਆਂ ਨਾਲ ਜੁਤੇ ਲੜਾਈ ਲਈ ਜਾ ਰਹੇ ਹੋਣ। ਉਹਨਾਂ ਦੀਆਂ ਪੂਛਾਂ ਟੂਹਿਆਂ ਦੀਆਂ ਪੂਛਾਂ ਵਾਂਗ ਸਨ ਜਿਨ੍ਹਾਂ ਦੇ ਵਿੱਚ ਡੰਗ ਮਾਰਨ ਦੀ ਸ਼ਕਤੀ ਵੀ ਸੀ। ਉਹਨਾਂ ਦੁਆਰਾ ਉਹ ਮਨੁੱਖ ਨੂੰ 5 ਮਹੀਨਿਆਂ ਤੱਕ ਪੀੜਾ ਪਹੁੰਚਾ ਸਕਦੀਆਂ ਸਨ। ਉਹਨਾਂ ਦਾ ਰਾਜਾ ਪਤਾਲ ਦਾ ਸਵਰਗਦੂਤ ਸੀ ਜਿਸ ਦਾ ਨਾਂ ਇਬਰਾਨੀ ਵਿੱਚ ਅਬਦੋਨ ਅਤੇ ਯੂਨਾਨੀ ਵਿੱਚ ਅਪੋਲੋਨ ਅਰਥਾਤ ਨਾਸ਼ ਕਰਤਾ ਸੀ। ਇਹ ਪਹਿਲੀ ਵਿਪਤਾ ਬੀਤ ਗਈ ਪਰ ਇਸ ਦੇ ਪਿੱਛੋਂ 2 ਵਿਪਤਾਵਾਂ ਹੋਰ ਹਨ। ਪ੍ਰਭੂ ਦੇ ਭੈਣੋ, ਕਈ ਵਾਰ ਆਪਾਂ ਸੋਚਦੇ ਹਾਂ ਕਿ ਜਿਹੜੀ ਵਿਪਤਾ ਦੁਨੀਆ 'ਚ ਆਈ ਹੋਈ ਹੈ ਬੜੀ ਭਿਅੰਕਰ ਹੈਗੀ ਹੈ, ਬੜੀ ਖਤਰਨਾਕ ਹੈਗੀ ਆ। ਲੇਕਿਨ ਪ੍ਰਭੂ ਦੇ ਭੈਣੋ, ਜੇ ਇਹਦਾ ਕੰਪੈਰੀਜ਼ਨ ਕਰੀਏ ਉਹਨਾਂ ਵਿਪਤਾਵਾਂ ਦੇ ਨਾਲ ਜਿਹੜੀਆਂ 7 ਸਾਲ ਦੇ ਟ੍ਰਿਬੂਲੇਸ਼ਨ ਟਾਈਮ 'ਤੇ ਆਉਣੀਆਂ ਨੇ, ਤੇ ਕੰਪੈਰੀਜ਼ਨ ਫੇਲ ਹੋ ਜਾਂਦਾ ਹੈ, ਯਾਨੀ ਕਿ ਉਹ ਬਹੁਤ ਹੀ ਭਿਅੰਕਰ ਹੋਣਗੇ। And brothers and sisters, sometimes we think this time that we are passing through right now, that is a horrible time, lot of troubles coming on this earth. But if actually we do the comparison of this time and of those times that's gonna be in those 7 years of tribulations, there's no comparison really, because those days will be really horrible. ਪ੍ਰਭੂ ਮੈਨੂੰ ਲਿਖਿਆ ਗਿਆ ਹੈਗਾ ਪਰਮੇਸ਼ਰ ਦੇ ਵਚਨ ਦੇ ਵਿੱਚ ਕਿ ਇਹ ਇੱਕ ਸਟਾਰ ਵਾਂਗੂ ਇੱਕ ਕੋਈ ਤਾਰਾ ਜਿਹੜਾ ਹੈਗਾ ਟੁੱਟ ਕੇ ਡਿੱਗ ਰਿਹਾ ਹੈਗਾ ਸਵਰਗ ਦੇ ਵਿੱਚੋਂ। ਤਾਰਾ ਡਿੱਗ ਰਿਹਾ ਹੁੰਦਾ ਕੁਛ ਇਸ ਤਰ੍ਹਾਂ, ਲੇਕਿਨ ਇਹ ਲਿਟਰਲੀ ਤਾਰਾ ਨਹੀਂਗਾ, ਬਲਕਿ ਇਹ ਇੱਕ ਦੂਤ ਹੈ ਜਿਸ ਨੂੰ ਇਹ ਅਧਿਕਾਰ ਦਿੱਤਾ ਗਿਆ, ਜਿਸ ਨੂੰ ਇਹ ਕੁੰਜੀ ਦਿੱਤੀ ਗਈ ਹੈ। ਕਈ ਕਹਿੰਦੇ ਨੇ ਸ਼ੈਤਾਨ ਹੋ ਸਕਦਾ, ਲੇਕਿਨ ਇਹ ਸ਼ੈਤਾਨ ਨਹੀਂਗਾ, ਇੱਕ ਸਵਰਗੀ ਦੂਤ ਹੈ ਜਿਹਨੂੰ ਇਹ ਅਧਿਕਾਰ ਦਿੱਤਾ ਗਿਆ ਵੀ ਜਾ ਕੇ ਤੂੰ ਉਸ ਜਗ੍ਹਾ ਨੂੰ ਖੋਲ ਦੇ। And the word of God says that it's like an angel, a star falls from the sky, but it's actually an angel that is being given the authority and given the keys to go and open the abyss at that time. The key is given to him. ਹੁਣ ਜਦੋਂ ਉਹ ਖੋਲਦਾ ਆ ਇਸ ਕੁੰਜੀ ਦੇ ਨਾਲ, ਉਹ ਇਸ ਚਾਬੀ ਦੇ ਨਾਲ ਉਸ ਪਤਾਲ ਘੜੇ ਨੂੰ ਤੇ ਬੋਟਮਲੈਸ ਪਿਟ ਨੂੰ ਜਦੋਂ ਖੋਲਦਾ, ਉਹਦੇ ਵਿੱਚੋਂ ਧੂੰਆਂ ਨਿਕਲਦਾ ਤੇ ਦੂਰੋਂ ਐਂ ਲੱਗਦਾ ਆ ਜਹੰਨਮ ਨੂੰ ਵੀ ਜਿਹੜਾ ਟਿੱਡੀਆਂ ਆਉਂਦੀਆਂ ਹੋਣੀਆਂ, ਬਹੁਤ ਸਾਰੀਆਂ ਟਿੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ। And then John sees that out of that a smoke comes and a lot of locusts coming on this earth. ਹੁਣ ਜਹੰਨਮ ਨੂੰ ਐਂ ਲੱਗਦਾ ਵੀ ਜਿਹੜੀਆਂ ਟਿੱਡੀਆਂ ਹੁੰਦੀਆਂ ਨੇ, And John thinks it looks like locusts to him. ਦੂਰੋਂ ਲੱਗਦੀਆਂ ਨੇ ਟਿੱਡੀਆਂ। From far away when he sees they look like locusts. ਜਦੋਂ ਨੇੜੇ ਆ ਜਾਂਦੀਆਂ ਨੇ, But when they come closer, ਉਹਦਾ ਜਿਹੜਾ ਰੂਪ ਹੈ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਬਿਆਨ ਕਰਦਾ ਆ। ਜਿਹਨਾਂ ਨੂੰ ਉਦੋਂ ਕੁਝ ਨਹੀਂ ਪਤਾ ਸੀ ਇਹਦੇ ਬਾਰੇ, ਕਿਉਂਕਿ ਇਹ 2000 ਸਾਲ ਪਹਿਲਾਂ ਤਾਂ ਪ੍ਰਭੂ ਦੇ ਭੈਣੋ ਹਜੇ ਬਾਈ ਜਹਾਜ਼ ਵੀ ਨਹੀਂ ਬਣੇ ਸੀਗੇ ਤੁਹਾਡੇ। ਲੇਕਿਨ John didn't know anything because what it really was, because in 2000 years ago there was no these planes and airplanes at those times. ਲੇਕਿਨ ਕਿਸੇ ਕਮੈਂਟੇਟਰ ਨੇ ਇਸ ਤਰ੍ਹਾਂ ਬਿਆਨ ਕੀਤਾ ਹੈਗਾ ਆ ਬਈ ਲੱਗਦਾ ਹੈਗਾ ਵੀ ਜਿਸ ਤਰ੍ਹਾਂ ਬਹੁਤ ਸਾਰੇ ਹੈਲੀਕਾਪਟਰਸ ਆ ਰਹੇ ਹੋਣ ਜਿਨ੍ਹਾਂ ਤੇ ਮਿਸਾਈਲਾਂ ਲੱਗੀਆਂ ਹੋਈਆਂ ਨੇ ਤੇ ਜਿਨ੍ਹਾਂ ਤੇ ਹਥਿਆਰ ਲੱਗੇ ਹੋਏ ਨੇ, ਜਿਹੜੇ ਬਾਇਓਲੋਜੀਕਲ ਵੈਪਨ ਨੇ, ਜਿਹੜੇ ਆ ਕੇ ਜੋ ਡਿੱਗਦੇ ਨੇ ਲੋਕਾਂ ਨੂੰ ਉਹ ਡਿਸਟਰੋਏ ਨਹੀਂ ਕਰਦੇ ਬਲਕਿ ਲੋਕਾਂ ਨੂੰ ਤੜਫਾਉਂਦੇ ਨੇ, ਕਿਉਂਕਿ ਉਹਦੇ 'ਚ ਐਸੀਆਂ ਜ਼ਹਿਰੀਲੀ ਚੀਜ਼ਾਂ, ਐਸੀਆਂ ਵਾਇਰਸਿਸ ਭਰੀਆਂ ਹੋਈਆਂ ਨੇ ਜਿਹਦੇ ਨਾਲ ਲੋਕ ਤੜਫਦੇ ਨੇ, ਲੇਕਿਨ ਮੌਤ ਵੀ ਲੋਕਾਂ ਨੂੰ ਨਹੀਂ ਆਉਂਦੀ। And somebody actually has described these like that, because John didn't know it those times, as if a lot of helicopters are coming and they are loaded with their missiles and all the bombs and stuff like that, and then they are gonna throw all those bombs and missiles, and there will be even viruses through that, and people will be so tormented with all those things that will be done to them. ਆਹ ਰੈਵਲੇਸ਼ਨ ਚੈਪਟਰ 9 ਜਿਹੜਾ ਪੜ੍ਹ ਕੇ ਗਏ ਹਾਂ, ਜੇ ਆਪਾਂ ਉਹਦੇ ਵਰਸ 6ਵੇਂ ਤੋਂ ਦੇਖੀਏ, 5ਵੇਂ 6ਵੇਂ ਤੋਂ ਮੇਰੇ ਖਿਆਲ ਹੈਗਾ ਆ, ਤੇ 12ਵੇਂ ਉਹਦੇ ਵਿੱਚ ਬਿਆਨ ਕੀਤਾ ਗਿਆ ਵੀ ਉਹਨੂੰ ਜਦੋਂ ਨੇੜੋਂ ਦੇਖਿਆ ਉਹ ਕਿਸ ਤਰ੍ਹਾਂ ਦੇ ਲੱਗਦੇ ਨੇ। ਦੇਖੋ ਧਿਆਨ ਦੇ ਨਾਲ ਇੱਕ ਵਾਰ ਫੇਰ। And in this chapter 6, when we actually read from 5th onwards, and it actually tells us exactly how were they loaded, or how were they looking, those lotuses that John saw. ਜਦੋਂ ਯਹੋਨਾ ਨੇ ਦੇਖਿਆ, ਦੇਖੋ ਕਿਦਾਂ ਬਿਆਨ ਕੀਤਾ, ਵਚਨ ਪੜਾਂਗੇ। Let's read it. ਜੀ ਹਾਂ। ਉਹ ਟਿੱਡੀਆਂ ਦੇਖਣ ਵਿੱਚ ਲੜਾਈ ਲਈ ਤਿਆਰ ਕੀਤੇ ਘੋੜਿਆਂ ਵਾਂਗ ਸਨ। ਉਹਨਾਂ ਦੇ ਸਿਰਾਂ ਤੇ ਤਾਜ ਸਨ ਜੋ ਸੋਨੇ ਦੇ ਲੱਗ ਰਹੇ ਸਨ।
ਉਹਨਾਂ ਦੇ ਚਿਹਰੇ ਮਨੁੱਖਾਂ ਦੇ ਚਿਹਰੇ ਉਹ ਵਰਗੇ ਸਨ। ਸੋਨੇ ਤੇ ਤਾਂ ਲੱਗ ਰਹੇ ਸਨ ਕਿ ਜਦੋਂ ਹੈਲੀਕਾਪਟਰਸ ਆ ਰਹੇ ਸੀਗੇ ਤੇ ਉਹਦੇ ਜਿਹੜਾ ਚਮਕਾਰਾ ਪੈਂਦਾ ਸੀਗਾ ਸੂਰਜ ਦਾ ਜਾਂ ਰੋਸ਼ਨੀ ਦਾ, ਕਿਉਂਕਿ ਉਹਦੇ ਉੱਪਰ ਕਹਿ ਲਓ ਕਿ ਤੁਸੀਂ ਇੱਕ ਸ਼ੀਸ਼ਾ ਲੱਗਿਆ ਹੁੰਦਾ, ਇੱਕ ਗਲਾਸ ਲੱਗਿਆ ਹੁੰਦਾ ਆ ਹੈਲੀਕਾਪਟਰ ਦੇ ਉੱਤੇ, ਤੇ ਜਦੋਂ ਉਹ ਤੁਸੀਂ ਦੇਖਦੇ ਹੋ ਹੈਲੀਕਾਪਟਰ ਨੂੰ ਤਾਂ ਉਹਦਾ ਲਿਸ਼ਕਾਰਾ ਪੈਂਦਾ ਵਾ, ਐਂ ਲੱਗਦਾ ਜਿੱਦਾਂ ਸੋਨੇ ਦਾ ਤਾਜ ਪਹਿਨ ਕੇ ਆ ਰਿਹਾ ਹੋਵੇ ਨਾ। ਅੱਗੇ ਦੇਖੋ। ਉਹਨਾਂ ਦੇ ਵਾਲ ਔਰਤ ਦੇ ਵਾਲਾਂ ਵਾਂਗ ਸਨ ਅਤੇ ਦੰਦ ਸ਼ੇਰ ਦੇ ਦੰਦਾਂ ਵਰਗੇ ਸਨ। ਹੁਣ ਜਿਹੜੇ ਬਾਲ ਹੈਗੇ ਨੇ ਉਹ ਉੱਤੇ ਜਿਹੜੇ ਹੈਲੀਕਾਪਟਰ ਦੇ ਉੱਪਰ ਉਹਦੇ ਹੈਲੀਕਾਪਟਰ ਦੇ ਥੰਗ ਹੁੰਦੇ ਨੇ ਉਹਦੀ ਗੱਲ ਕਰ ਰਹੇ ਹੈਗੇ ਨੇ, ਤੇ ਸੋਨੇ ਦੇ ਦੰਦ ਜਿਹੜੇ ਹੈਗੇ ਨੇ ਉਹ ਇਦਾਂ ਲੱਗਦਾ ਹੈਗਾ ਵੀ ਜਿੱਦਾਂ ਮੂਹਰੇ ਕਹਿ ਲਓ ਕਿ ਗੰਨਾਂ ਲੱਗੀਆਂ ਹੋਣ ਜਾਂ ਮਸਾਈਲਾਂ ਲੱਗੀਆਂ ਹੋਣ ਮੂਹਰੇ। ਜੀ ਹਾਂ। ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾਂ ਵਰਗੇ ਅਤੇ ਉਹਨਾਂ ਦੇ ਖੰਭਾਂ ਦੀ ਆਵਾਜ਼ ਉਹਨਾਂ ਰਥਾਂ ਵਰਗੀ ਸੀ ਜੋ ਕਈ ਘੋੜਿਆਂ ਨਾਲ ਜਿੱਤੇ ਲੜਾਈ ਲਈ ਜਾ ਰਹੇ ਹੋਣ। ਦੇਖਿਆ ਤੁਸੀਂ ਉਹ ਹੈਲੀਕਾਪਟਰ ਹੈਗੇ ਨੇ ਵੱਜਦੇ ਨੇ, ਉਹ ਵਾਲ ਕੇ ਐਂ ਦਗੜ ਕਰਕੇ ਐਂ ਲੱਗਦਾ ਜਿੱਦਾਂ ਬਹੁਤ ਸਾਰੇ ਘੋੜੇ ਹੁੰਦੇ ਨੇ ਇਕੱਠੇ ਹੋ ਕੇ ਉਹ ਇਦਾਂ ਦੀ ਆਵਾਜ਼ ਕਰ ਰਹੇ ਨੇ ਹੈਲੀਕਾਪਟਰ ਵਾਂਗੂ। ਅੱਗੇ ਦੇਖੋ। ਉਹਨਾਂ ਦੀਆਂ ਪੂਛਾਂ ਠੂਹਿਆਂ ਦੀਆਂ ਪੂਛਾਂ ਵਾਂਗ ਸਨ ਜਿਨ੍ਹਾਂ ਦੇ ਵਿੱਚ ਡੰਗ ਮਾਰਨ ਦੀ ਸ਼ਕਤੀ ਵੀ ਸੀ। ਉਹਨਾਂ ਦੁਆਰਾ ਉਹ ਮਨੁੱਖਾਂ ਨੂੰ 5 ਮਹੀਨਿਆਂ ਤੱਕ ਪੀੜਾ ਪਹੁੰਚਾ ਸਕਦੀਆਂ ਸਨ। ਹੁਣ ਪਤਾ ਲੱਗ ਗਿਆ ਆਪਾਂ ਨੂੰ ਕਲੀਅਰ ਲੱਗਦਾ ਹੈਗਾ ਵੀ ਜਿਹੜਾ ਹੈਲੀਕਾਪਟਰ, ਸੋ ਇੱਕ ਕਮੈਂਟੇਟਰ ਨੇ ਆਖਿਆ ਵੀ ਹੋ ਸਕਦਾ ਕਿ ਕਹਿੰਦੇ ਸਾਰੇ ਹੈਲੀਕਾਪਟਰ ਜਿਹੜੇ ਨੇ ਉਹ ਆ ਕੇ ਹਮਲਾ ਕਰ ਰਹੇ ਨੇ ਜਾਂ ਯੁੱਧ ਲੱਗ ਰਿਹਾ ਹੈਗਾ ਜਾਂ ਲੋਕਾਂ ਤੇ ਮਿਸਾਈਲਾਂ ਜਿਹੜੀਆਂ ਨੇ ਉਹ ਸਿੱਟ ਰਹੇ ਨੇ। And now, so as we see the descriptions, the commentator said that it actually looks like there will be lots of helicopters coming and they're attacking. A war is about to start and they're throwing the missiles and the people are being destroyed. ਲੇਕਿਨ ਆਪਾਂ ਨੂੰ ਪਤਾ ਹੈਗਾ ਕਿ ਉਹਦੇ ਪਿੱਛੇ ਕਿਹਦਾ ਹੱਥ ਹੈ, ਉਹਦੇ ਪਿੱਛੇ ਉਹਨਾਂ ਡੀਮਨਸ ਦਾ ਹੱਥ ਆ। ਉਹ ਡੀਮਨਸ ਨੇ ਦਰਅਸਲ ਪਰਮੇਸ਼ਰ ਦਾ ਵਚਨ ਦੱਸਦਾ ਵੀ ਕਿ ਡੀਮਨਸ ਨੇ ਜਿਹੜੇ ਉਹ ਆ ਰਹੇ ਨੇ ਆ ਕੇ ਉਹ ਲੋਕਾਂ ਨੂੰ ਤਰਫਾ ਰਹੇ ਹੈਗੇ ਨੇ, ਤੇ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਤੁਸੀਂ ਦਰਖਤਾਂ ਨੂੰ ਜਾਂ ਹਰੀਆਂ ਚੀਜ਼ਾਂ ਨੂੰ ਤੁਸੀਂ ਟੱਚ ਨਹੀਂ ਕਰਨਾ, ਬਲਕਿ ਤੁਸੀਂ ਸਿਰਫ ਇਨਸਾਨਾਂ ਨੂੰ ਹੀ ਟੱਚ ਕਰਨਾ, ਲੇਕਿਨ ਇਨਸਾਨਾਂ ਨੂੰ ਮਾਰਨਾ ਨਹੀਂ, ਉਹਨਾਂ ਨੂੰ ਤਰਫਾਣਾ। And then we know who's actually doing all this. These are those demons that they are actually doing this because they are given authority to people, make the people suffer, but they have told that the people should not die but only make them suffer. So that's what they're going to be doing, and they are being told to not to destroy the lands or the fields, the greenery, the trees, but only the people should be damaged with the suffering. ਸੋ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ ਕਿ ਇਸ ਦੁਨੀਆ ਦੇ ਥੱਲੇ 7 ਚੀਜ਼ਾਂ ਨੇ, 7 ਜਗ੍ਹਾਵਾਂ ਨੇ ਜਿਸ ਦੇ ਵਿੱਚ ਜਿਹੜੀਆਂ ਖੁੱਲ੍ਹਣੀਆਂ ਨੇ ਤੇ ਜਿਸ ਦੇ ਵਿੱਚ ਉਹ ਚੀਜ਼ਾਂ ਨਿਕਲਣੀਆਂ। And the word of God teaches us that there are 7 places underneath there that are going to be opened and things are going to come out of them. ਸੋ ਪਹਿਲੇ ਨੰਬਰ ਤੇ ਤਾਂ ਗ੍ਰੇਵਸ ਹੈਗੇ ਨੇ, ਕਬਰਾਂ ਨੇ ਜਿਹੜੀਆਂ ਖੁੱਲ੍ਹਣੀਆਂ ਹੈਗੀਆਂ ਨੇ ਜਿਹਦੇ ਵਿੱਚੋਂ ਕਹਿ ਲਓ ਕਿ ਰਾਈਟੀਅਸ ਤੇ ਅਨਰਾਈਟੀਅਸ ਲੋਕ ਜਿਹੜੇ ਹੈਗੇ ਨੇ ਉਹ ਜਿਉਂਦੇ ਹੋਣਗੇ। And the first things are the graves will be open, and through them the righteous and unrighteous peoples will be come to life again. ਸੋ ਇਹਦੇ ਵਿੱਚ ਫਸਟ ਰੈਸੂਰੈਕਸ਼ਨ ਹੋਏਗੀ, ਸੈਕੰਡ ਰੈਸੂਰੈਕਸ਼ਨ ਹੋਏਗੀ। ਜਦੋਂ ਕਬਰਾਂ ਖੁੱਲ੍ਹੀਆਂ ਨੇ ਤੇ ਇੱਥੋਂ ਇਹ ਰੈਸੂਰੈਕਸ਼ਨ ਜਿਹੜੀ ਹੈਗੀ ਆ ਉਹ ਹੋਏਗੀ। And there will be first resurrection and then second resurrection will take place when these graves will be open. ਆਪਾਂ ਦੇਖਿਆ ਕਿ ਫਸਟ ਰੈਸੂਰੈਕਸ਼ਨ ਦੇ ਵਿੱਚ ਵੀ 7 ਰੈਸੂਰੈਕਸ਼ਨਸ ਹੈਗੀਆਂ ਨੇ, ਸਾਰੀਆਂ ਰਾਈਟੀਅਸ ਲੋਕਾਂ ਦੀ ਰੈਸੂਰੈਕਸ਼ਨਸ ਹੈਗੀਆਂ ਨੇ, ਲੇਕਿਨ ਜਿਹੜੀ ਸੈਕੰਡ ਰੈਸੂਰੈਕਸ਼ਨ ਆ ਉਹ ਅਨਰਾਈਟੀਅਸ ਲੋਕਾਂ ਦੀ ਰੈਸੂਰੈਕਸ਼ਨ ਹੋਏਗੀ ਜਿਹੜੀ ਬਾਅਦ 'ਚ ਜਾ ਕੇ ਖੁੱਲੇਗੀ। And the first resurrection is of all 7 righteous people that will be lifted up, but the second one will be unrighteous people, graves that will be opened. ਸੋ ਦੂਸਰੇ ਨੰਬਰ ਤੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਇੱਕ ਜਗ੍ਹਾ ਜਿਹਦੇ ਵਿੱਚ ਦੂਤ ਜਿਹੜੇ ਹੈਗੇ ਨੇ ਬੰਦ ਕੀਤੇ ਗਏ ਨੇ। ਉਹ ਜਗ੍ਹਾ ਨੂੰ ਟਾਟਰਸ ਆਖਿਆ ਜਾਂਦਾ ਹੈਗਾ ਆ ਓਰੀਜਨਲ ਭਾਸ਼ਾ ਦੇ ਵਿੱਚ, ਜਿਹਦੇ ਵਿੱਚ ਦੂਤ ਬੰਦ ਕੀਤੇ ਜਾਂਦੇ ਨੇ। ਇਹ ਉਹ ਜਗ੍ਹਾ ਆ ਜਿਸ ਦੇ ਵਿੱਚ ਪਰਮੇਸ਼ਰ ਨੇ ਦੂਤਾਂ ਨੂੰ ਬੰਦ ਕੀਤਾ ਹੋਇਆ ਆ। And then second place is that there's a place that will be opened where their angels are being captured there. So that place will be open, so all those angels will be released. ਇਹ ਜੈਨੇਸਿਸ ਚੈਪਟਰ 6 'ਚ ਪੜਾਂਗੇ ਆਪਾਂ, ਉਹਦੇ ਵਰਸ 4 ਵਿੱਚ। ਉਦੋਂ ਦੀ ਗੱਲ ਹੈ ਕਿ ਜਦੋਂ ਫਲੱਡ ਜਿਹੜਾ ਸੀਗਾ ਇਹ ਦੁਨੀਆ ਤੇ ਆਇਆ ਸੀਗਾ ਤੇ ਸਾਰੀ ਦੁਨੀਆ ਨਸ਼ਟ ਹੋ ਗਈ ਸੀ, ਤੇ ਉਦੋਂ ਪਰਮੇਸ਼ਰ ਨੇ ਉਹਨਾਂ ਦੂਤਾਂ ਨੂੰ, ਮਾਰੇ ਦੂਤਾਂ ਨੂੰ, ਈਵਲ ਐਂਜਲਸ ਨੂੰ ਫੜ ਕੇ ਬੰਨ੍ਹਤਾ ਸੀਗਾ ਤੇ ਇਸ ਸਥਾਨ ਵਿੱਚ ਪਾਤਾ ਸੀਗਾ
ਤਾਂ ਕਿ ਉਹ ਲੋਕਾਂ ਨੂੰ ਤੰਗ ਨਾ ਕਰਨ ਤੇ ਲੋਕਾਂ ਨੂੰ ਪਰੇਸ਼ਾਨ ਨਾ ਕਰਨ, ਕਿਉਂਕਿ ਉਹਨਾਂ ਨੇ ਕਹਿ ਲਓ ਕਿ ਸੀਮਾ ਪਾਰ ਕਰ ਲਈ ਸੀਗੀ। And at that time, when the flood came, and that time Lord had captured all those evil angels, and they have put them in jails, in a way, in a place where, so they don't torment the people anymore. ਸੋ ਪੜਾਂਗੇ ਜੈਨੇਸਿਸ ਚੈਪਟਰ 6 ਵਰਸ 4 ਜੀ ਹਾਂ। ਉਹਨਾਂ ਦਿਨਾਂ ਵਿੱਚ ਉੱਥੇ ਦੈਂਤ ਰਹਿੰਦੇ ਸਨ ਜੋ ਦੇਵੀ ਪੁੱਤਰਾਂ ਦੇ ਮਨੁੱਖੀ ਧੀਆਂ ਨਾਲ ਸੰਗ ਕਰਨ ਤੋਂ ਪੈਦਾ ਹੋਏ ਸਨ। ਉਹ ਸਦੀਆਂ ਪਹਿਲਾਂ ਪ੍ਰਸਿੱਧ ਸੂਰਵੀਰ ਰਹਿ ਚੁੱਕੇ ਸਨ। ਹੁਣ 2 ਪੀਟਰ ਚੈਪਟਰ 2 ਵਰਸ 4 ਦੇ ਵਿੱਚ ਵੀ ਹੋਰ ਬਿਆਨ ਕੀਤਾ ਗਿਆ ਆ, ਲੇਕਿਨ ਇੱਥੇ ਦੱਸਿਆ ਗਿਆ ਹੈ ਕਲੀਅਰਲੀ, ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ ਆ ਕਿ ਉਹਨਾਂ ਦੂਤਾਂ ਨੇ, ਉਹਨਾਂ ਬਦਰੂਆਂ ਨੇ ਕਹਿ ਲਓ ਕਿ ਆਦਮੀ ਦੀਆਂ ਕੁੜੀਆਂ ਦੇ ਨਾਲ, ਲੜਕੀਆਂ ਦੇ ਨਾਲ ਗਲਤ ਕੰਮ ਕੀਤੇ ਤੇ ਉਹ ਤੋਂ ਗਾਹਾਂ ਬੱਚੇ ਪੈਦਾ ਹੋਏ। ਸੋ ਪਰਮੇਸ਼ਰ ਨੇ ਜਦੋਂ ਦੇਖਿਆ, ਪਰਮੇਸ਼ਰ ਨੂੰ ਇਹ ਪਾਇਆ ਨਹੀਂ, ਤੇ ਉਸ ਸਮੇਂ ਜਦੋਂ ਫਲੱਡ ਆਇਆ ਉਹ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਦੂਤਾਂ ਨੂੰ, ਉਹਨਾਂ ਬਦਰੂਆਂ ਨੂੰ, ਡੀਮਨਸ ਨੂੰ ਬੰਮ ਦਿੱਤਾ ਹੈਗਾ ਇਸ ਜਗ੍ਹਾ ਦੇ ਵਿੱਚ। And as we saw in this verse, that those angels, they did wrong things with the girls, the daughters of humans, and that God didn't like that. So that time He tied them up and put them at this place, and that's what happened at that time. ਸੋ ਇਹ ਪਰਮੇਸ਼ਰ ਦਾ ਵਚਨ ਆਪਾਂ ਨੂੰ ਕਲੀਅਰਲੀ ਦੱਸਦਾ ਹੈ। 2 ਪੀਟਰ ਪੜਾਂਗੇ ਆਪਾਂ ਚੈਪਟਰ 2 ਵਰਸ 4 ਦੇ ਵਿੱਚ ਇਹਦੇ ਬਾਰੇ ਹੋਰ ਬਿਆਨ ਕੀਤਾ ਗਿਆ ਹੈ। ਜੀ ਹਾਂ, ਪਰਮੇਸ਼ਰ ਨੇ ਤਾਂ ਉਹਨਾਂ ਸਵਰਗਦੂਤਾਂ ਨੂੰ ਵੀ ਨਾ ਛੱਡਿਆ ਜਿਨ੍ਹਾਂ ਪਾਪ ਕੀਤਾ ਸੀ, ਸਗੋਂ ਉਹਨਾਂ ਨੂੰ ਹੇਠਾਂ ਨਰਕ ਵਿੱਚ ਸੁੱਟ ਦਿੱਤਾ, ਜਿੱਥੇ ਉਹ ਹੁਣ ਬੰਦੀ ਰੂਪ ਵਿੱਚ ਨਿਆਂ ਦੇਣ ਦੀ ਉਡੀਕ ਵਿੱਚ ਹਨ। ਵਾਓ, ਜਾਨੀ ਕਿ ਉਹ ਬੰਨੇ ਗਏ ਹੈਗੇ ਨੇ ਇੱਕ ਜਗ੍ਹਾ ਦੇ ਵਿੱਚ ਜਿਹੜੇ ਓਰੀਜਨਲ ਭਾਸ਼ਾ ਦੇ ਵਿੱਚ ਟਾਰਟਰਸ ਕਹਿਲਾਂਦੀ ਹੈਗੀ ਆ, ਜਿਹਦੇ ਵਿੱਚ ਉਹ ਬੰਨੇ ਗਏ ਹੈਗੇ ਨੇ। ਸੋ ਜੂਡ 6 ਦੇ ਵਿੱਚ ਵੀ ਹੋਰ ਬਿਆਨ ਕੀਤਾ ਗਿਆ, ਪੜਾਂਗੇ। And in the 2 Peter chapter 2 verse 4, it says about that as well, that for if God did not spare angels when they sinned, but sent them to hell, that's what it says in English Bible, and they're waiting for the judgment day, it says. ਸੋ ਆਓ ਦੇਖੀਏ ਜੂਡ ਚੈਪਟਰ 6 ਦੇ ਵਰਸ 6 ਦੇ ਵਿੱਚ ਕੀ ਲਿਖਿਆ ਹੈ। ਜੀ ਹਾਂ, ਸਵਰਗਦੂਤਾਂ ਜਿਨ੍ਹਾਂ ਆਪਣੇ ਸੀਮਿਤ ਖੇਤਰ ਵਿੱਚ ਰਹਿਣ ਤੋਂ ਇਨਕਾਰ ਕੀਤਾ ਅਤੇ ਆਪਣੇ ਅਸਲੀ ਘਰ ਨੂੰ ਛੱਡ ਦਿੱਤਾ, ਉਹ ਅਨੰਤ ਕਾਲ ਦੀਆਂ ਬੇੜੀਆਂ ਨਾਲ ਬੰਦੀ ਹਨ ਅਤੇ ਹਨੇਰੇ ਪਤਾਲ ਵਿੱਚ ਰੱਖੇ ਗਏ ਹਨ ਕਿ ਉਹ ਮਹਾਨ ਦਿਨ ਨਿਆਂ ਵਾਲੇ ਦੋਸ਼ੀ ਠਹਿਰਾਏ ਜਾਣ। ਦੇਖੋ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਬੰਨਿਆ ਗਿਆ ਹੈਗਾ ਤੇ ਕਿਸ ਤਰ੍ਹਾਂ ਇਹਨਾਂ ਨੂੰ ਉਸ ਜਗ੍ਹਾ ਦੇ ਵਿੱਚ ਪਾਇਆ ਗਿਆ ਹੈਗਾ। ਲੇਕਿਨ ਪ੍ਰਭੂ ਦੇ ਭੈਣੋ, ਇਹ ਜਿਹੜੇ ਦੂਤ ਨੇ ਜਾਂ ਬਦਰੂਆਂ ਹੈਗੀਆਂ ਨੇ, ਇਹ ਛੱਡੀਆਂ ਜਾਣਗੀਆਂ ਕੁਝ ਸਮੇਂ ਪਹਿਲਾਂ, ਤੇ ਆ ਕੇ ਇਸ ਦੁਨੀਆ ਤੇ ਐਸਾ ਹਾਲ ਕਰਨਗੀਆਂ ਲੋਕਾਂ ਦਾ, ਐਸਾ ਤਰਫਾਨੀਆਂ ਲੋਕਾਂ ਨੂੰ ਕਿ ਅੰਦਾਜ਼ਾ ਵੀ ਨਹੀਂ ਆਪਾਂ। So those angels, evil angels that are being captured right now, they're held back, but they will be opened and released at that time, and they will come to this earth at that time of the tribulation period, and they will torment people greatly. ਸੋ ਤੀਸਰੇ ਨੰਬਰ ਤੇ ਜਿਹੜੀ ਤੀਸਰੀ ਜਗ੍ਹਾ ਆਪਾਂ ਨੂੰ ਇਸ ਧਰਤੀ ਥੱਲੇ ਮਿਲਦੀ ਹੈਗੀ ਆ, ਉਹ ਪਰਮੇਸ਼ਰ ਵਚਨ ਉਹਨੂੰ ਪੈਰਾਡਾਈਸ ਆਖਦਾ ਆ, ਜਿਸ ਤਰ੍ਹਾਂ ਵਚਨ ਦੇ ਵਿੱਚ ਫਿਰਦੌਸ ਵੀ ਕਿਹਾ ਗਿਆ ਹੈ ਉਸ ਜਗ੍ਹਾ ਨੂੰ, ਜੋ ਇਸ ਧਰਤੀ ਦੇ ਥੱਲੇ ਹੈਗੀ ਆ, ਤੇ ਲੂਕ 16 ਦੇ ਵਿੱਚ ਬਿਆਨ ਕੀਤਾ ਗਿਆ ਹੈ। And then there's another place that is which is called paradise in the Word of God, and Luke, in the book of Luke, it talks about it. ਆਓ ਦੇਖਾਂਗੇ ਲੂਕ ਚੈਪਟਰ 16 ਵਰਸ 22 ਤੇ 23 ਪੜਾਂਗੇ। ਜੀ ਹਾਂ, ਇੱਕ ਦਿਨ ਉਹ ਗਰੀਬ ਆਦਮੀ ਮਰ ਗਿਆ, ਉਸ ਨੂੰ ਸਵਰਗਦੂਤਾਂ ਨੇ ਲੈ ਜਾ ਕੇ ਸਵਰਗ ਦੇ ਵਿੱਚ ਅਬਰਾਮ ਦੇ ਕੋਲ ਪੜਾ ਦਿੱਤਾ। ਫਿਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਵੀ ਦਫਨਾ ਦਿੱਤਾ ਗਿਆ। ਉਸ ਅਮੀਰ ਆਦਮੀ ਨੂੰ ਨਰਕ ਵਿੱਚ ਬਹੁਤ ਪੀੜ ਹੋ ਰਹੀ ਸੀ। ਉਸ ਨੇ ਦੂਰ ਤੋਂ ਹੀ ਅੱਖਾਂ ਉਤਾਂਹ ਚੁੱਕ ਕੇ ਲਾਜ਼ਰ ਨੂੰ ਸਵਰਗ ਵਿੱਚ ਅਬਰਾਮ ਦੇ ਕੋਲ ਦੇਖਿਆ। ਯਾਨੀ ਕਿ ਇਸ ਜਗ੍ਹਾ ਨੂੰ ਅਬਰਾਮ ਦੀ ਗੋਦ ਵੀ ਆਖਿਆ ਜਾਂਦਾ ਹੈ, Abraham's bosom. And this place is also called Abraham's bosom. ਲੇਕਿਨ ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਜਦੋਂ ਪ੍ਰਭੂ ਯਿਸੂ ਮੁਰਦਿਆਂ ਤੋਂ ਜੀ ਉੱਠੇ ਸੀ, ਪ੍ਰਭੂ ਯਿਸੂ ਮਸੀਹ ਨੇ ਐਸ ਫਿਰਦੌਸ ਨੂੰ, ਪੈਰਾਡਾਈਸ ਨੂੰ ਸ਼ਿਫਟ ਕਰਤਾ। ਜਿਹਨੇ ਵੀ ਲੋਕ ਉਹਦੇ ਵਿੱਚ ਸੀਗੇ ਉਹ ਸਾਰਿਆਂ ਨੂੰ ਚੱਕ ਕੇ ਸਵਰਗ ਵਿੱਚ ਪਹੁੰਚਾ ਦਿੱਤਾ। ਸੋ ਅੱਜ ਇਹ ਜਗ੍ਹਾ ਖਾਲੀ ਹੈ ਬਿਲਕੁਲ। And the word of God says that when Lord Jesus was resurrected, He transferred all these people that they were here to in heaven, and then this place, paradise, is completely empty at this place. Psalm 68 verse 18 ਦੇ ਵਿੱਚ ਆਪਾਂ ਦੇਖਾਂਗੇ ਕਿ ਥੋੜਾ ਹੋਰ ਬਿਆਨ ਕੀਤਾ ਗਿਆ ਇਸ ਜਗ੍ਹਾ ਦੇ ਬਾਰੇ, ਅਬਰਾਮ ਦੀ ਗੋਦ ਦੇ ਬਾਰੇ, ਜਿਸ ਦੇ ਵਿੱਚ ਉਹ ਲੋਕ ਜਿਹੜੇ ਕਹਿ ਲਓ ਕਿ ਧਾਰਮਿਕ ਲੋਕ ਸੀਗੇ ਉਹ ਜਾਂਦੇ ਸੀਗੇ ਉਹ ਤੋਂ ਪਹਿਲਾਂ ਕਿ ਉਹ ਸਵਰਗ ਦੇ ਵਿੱਚ ਜਾਣ।
And we're going to read in the Word of God in book of Psalms, chapter 68, verse 18. ਜੀ ਹਾਂ, ਉਹ ਉੱਚੀ ਥਾਂ ਤੇ ਚੜ ਗਿਆ ਅਤੇ ਆਪਣੇ ਨਾਲ ਕੈਦੀਆਂ ਨੂੰ ਵੀ ਲੈ ਗਿਆ। ਉਸ ਨੇ ਬਦਰੋਹੀਆਂ ਦੇ ਹੱਥੋਂ ਵੀ ਉਪਹਾਰ ਲਏ। ਪ੍ਰਭੂ ਪਰਮੇਸ਼ਰ ਉੱਥੇ ਹਮੇਸ਼ਾ ਤੱਕ ਰਹੇਗਾ। ਹੁਣ ਆਪਾਂ ਗਾਹਾਂ ਪੜਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚ ਬਿਆਨ ਕੀਤਾ ਗਿਆ ਥੋੜਾ ਜਿਹਾ ਹੋਰ ਇਹਦੇ ਬਾਰੇ। ਅਬਰਾਨੀਆਂ ਦਾ ਦੂਸਰਾ ਚੈਪਟਰ ਉਹਦਾ 14ਵੇਂ ਵਰਸ ਦੇ ਵਿੱਚ, ਜਿਹਦੇ ਵਿੱਚ ਜਦੋਂ ਲਿਖਿਆ ਹੈ ਕਿ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਚੁੱਕੇ ਗਏ ਸਵਰਗ ਦੇ ਵਿੱਚ, ਤੇ ਉਹ ਕੈਦੀ ਲੋਕ ਉਸ ਜਗ੍ਹਾ ਦੇ ਵਿੱਚ ਜਿਹੜੇ ਮੌਜੂਦ ਸੀਗੇ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਚਲੇ ਗਏ। ਯਾਨੀ ਕਿ ਜਿਹੜੇ ਅਬਰਾਮ ਦੀ ਗੋਦ ਵਿੱਚ ਲੋਕ ਕੈਦ ਕੀਤੇ ਗਏ ਸੀਗੇ ਜਾਂ ਲੋਕ ਟੈਂਪਰੇਰੀ ਤੌਰ ਤੇ ਮਰਨ ਤੋਂ ਬਾਅਦ ਗਏ ਹੋਏ ਸੀਗੇ, ਰਾਈਟਸ ਲੋਕ, ਉਹਨਾਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਨਾਲ ਲੈ ਗਏ ਸਵਰਗ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜੀ ਆਓ ਪੜ੍ਹੀਏ ਫਿਰ ਆਪਾਂ ਪਰਮੇਸ਼ਰ ਦੇ ਵਚਨ ਵਿੱਚੋਂ ਅਬਰਾਨੀਆਂ 2 ਵਰਸ 14। ਕਿਉਂਕਿ ਸੰਤਾਨ ਵਿੱਚ ਲਹੂ ਅਤੇ ਮਾਸ ਦੀ ਸਾਂਝ ਹੁੰਦੀ ਹੈ, ਇਸ ਲਈ ਯਿਸੂ ਨੇ ਵੀ ਮਨੁੱਖ ਬਣ ਕੇ ਸਾਡੇ ਨਾਲ ਇਹ ਸਾਂਝ ਰੱਖੀ। ਉਸ ਨੇ ਇਹ ਇਸ ਲਈ ਕੀਤਾ ਕਿ ਉਹ ਆਪਣੀ ਮੌਤ ਦੇ ਰਾਹੀਂ ਮੌਤ ਦੇ ਸਵਾਮੀ ਸ਼ੈਤਾਨ ਦਾ ਨਾਸ਼ ਕਰੇ। ਸੋ ਇਸ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਇਹ ਕੰਮ ਕੀਤਾ ਹੈਗਾ ਆ। ਹੁਣ ਆਪਾਂ ਸਿੱਧਾ ਗਾਹਾਂ ਜਾਵਾਂਗੇ, ਚੌਥੇ ਸਟੈਪ ਦੇ ਵਿੱਚ ਦੇਖਾਂਗੇ ਕਿ ਚੌਥਾ ਜਿਹੜਾ ਨਾਮ ਆਪਾਂ ਨੂੰ ਇਸ ਦੁਨੀਆ ਦੇ ਥੱਲੇ ਲੱਭਦਾ ਹੈਗਾ ਆ, ਉਹ ਹੈਲ, ਯਾਨੀ ਕਿ ਨਰਕ ਦਾ ਨਾਮ ਹੈਗਾ, ਜਿਹਨੂੰ ਹੈਡਿਸ ਵੀ ਕਿਹਾ ਜਾਂਦਾ ਹੈ ਤੇ ਹੈਲ ਵੀ ਕਿਹਾ ਜਾਂਦਾ ਹੈ। And now number 4 that we're going to see, that place that's going to be open under this earth is hell. ਜਿਹਦੇ ਵਿੱਚ ਪੜਾਂਗੇ ਲੂਕ ਚੈਪਟਰ 16 ਦੇ ਵਰਸ 23 ਤੇ 24 ਪੜਾਂਗੇ। ਇਸ ਹੈਲ ਦੇ ਵਿੱਚ ਜਾਂ ਇਸ ਨਰਕ ਦੇ ਵਿੱਚ ਉਹ ਲੋਕ ਹੋਣਗੇ ਜਿਹੜੇ ਅਨਰਾਈਟਸ ਲੋਕ ਨੇ, ਟੈਂਪਰੇਰੀ ਤੌਰ ਤੇ, ਜਿੱਦਾਂ ਆਪਾਂ ਦੇਖਿਆ ਕਿ ਫਿਰਦੌਸ ਦੇ ਵਿੱਚ ਧਾਰਮਿਕ ਜਿਹੜੇ ਲੋਕ ਸੀਗੇ ਟੈਂਪਰੇਰੀ ਤੌਰ ਤੇ ਰੱਖੇ ਗਏ ਸੀ, ਉਹ ਤੋਂ ਬਾਅਦ ਚੋਂ ਸਵਰਗ ਸ਼ਿਫਟ ਹੋ ਜਾਂਦੇ ਨੇ। ਉਸੇ ਤਰ੍ਹਾਂ ਇਸ ਹੈਲ ਦੇ ਵਿੱਚ ਟੈਂਪਰੇਰੀ ਟਰਮ ਦੇ ਵਿੱਚ ਰੱਖੇ ਜਾਣਗੇ ਲੋਕ, ਉਹ ਅਨਰਾਈਟਸ ਲੋਕ ਰੱਖੇ ਜਾਣਗੇ, ਤੇ ਜਿਹੜੇ ਜਜਮੈਂਟ ਹੋਏਗੀ ਇਹਨਾਂ ਦੀ ਤੋਂ ਬਾਅਦ ਉਹਨਾਂ ਨੂੰ ਹਮੇਸ਼ਾ ਦੇ ਨਰਕਾਂ ਵਿੱਚ ਸਿਰ ਦਿੱਤਾ ਜਾਵੇਗਾ। And we're going to also read in the Word of God in book of Luke chapter 16 verse 23 and 24. ਆਓ ਦੇਖੀਏ ਲੂਕ ਚੈਪਟਰ 16 ਵਰਸ 23 ਐਂਡ 24। ਜੀ ਹਾਂ, ਉਸ ਅਮੀਰ ਆਦਮੀ ਨੂੰ ਨਰਕ ਵਿੱਚ ਬਹੁਤ ਪੀੜ ਹੋ ਰਹੀ ਸੀ। ਉਸ ਨੇ ਦੂਰ ਤੋਂ ਹੀ ਅੱਖਾਂ ਉਤਾਂਹ ਚੁੱਕ ਕੇ ਲਾਜ਼ਰ ਨੂੰ ਸਵਰਗ ਵਿੱਚ ਅਬਰਾਮ ਦੇ ਕੋਲ ਦੇਖਿਆ। ਉਸ ਨੇ ਉੱਚੀ ਦਿੱਤੀ ਪੁਕਾਰ ਕੇ ਕਿਹਾ, ਹੇ ਪਿਤਾ ਅਬਰਾਮ, ਮੇਰੇ ਉੱਤੇ ਦਇਆ ਕਰੋ, ਲਾਜ਼ਰ ਨੂੰ ਘੱਲੋ ਕਿ ਉਹ ਆਪਣੀ ਉਂਗਲੀ ਦਾ ਸਿਰਾ ਪਾਣੀ ਵਿੱਚ ਭਿਉਂ ਕੇ ਮੇਰੀ ਜੀਭ ਨੂੰ ਠੰਡਾ ਕਰੇ, ਮੈਂ ਇਸ ਅੱਗ ਵਿੱਚ ਬਲ ਰਿਹਾ ਹਾਂ। ਸੋ ਦੇਖਿਆ ਤੁਸੀਂ ਕਿ ਜਿਹੜਾ ਉਹ ਆਦਮੀ ਸੀਗਾ ਗਰੀਬ, ਉਹ ਲਾਜ਼ਰ, ਉਹ ਤਾਂ ਫਿਰਦੌਸ ਵਿੱਚ ਸੀਗਾ, ਪੈਰਾਡਾਈਸ ਵਿੱਚ ਸੀਗਾ, ਲੇਕਿਨ ਜਿਹੜਾ ਉਹ ਅਮੀਰ ਬੰਦਾ ਸੀਗਾ ਉਹ ਇੱਕ ਟੈਂਪਰੇਰੀ ਹੈਲ ਦੇ ਵਿੱਚ ਸੀਗਾ, ਜਿਹਦੇ ਵਿੱਚ ਉਹ ਬਹੁਤ ਤੜਫ ਰਿਹਾ ਸੀ ਤੇ ਪਰੇਸ਼ਾਨ ਹੋ ਰਿਹਾ ਸੀ। And as we see in here that Lazarus, he was in paradise, but that rich man, he was in a place where he was tormented and he was suffering a lot. ਸੋ 1000 ਸਾਲ ਦੇ ਰਾਜ ਤੋਂ ਬਾਅਦ, ਮਿਲੇਨੀਅਮ ਤੋਂ ਬਾਅਦ, ਜਦੋਂ ਵਾਈਟ ਥਰੋਨ ਦੀ ਜਜਮੈਂਟ ਹੋਵੇਗੀ, ਉਸ ਸਮੇਂ ਪ੍ਰਭੂ ਯਿਸੂ ਮਸੀਹ ਤੇ ਚਰਚ ਜਿਹੜੇ ਤਖਤ ਤੇ ਬੈਠੇ ਹੋਣਗੇ, ਉਹ ਜੱਜ ਕਰਨਗੇ। ਉਦੋਂ ਇਹ ਸਾਰੇ ਅਨਰਾਈਟਸ ਲੋਕ ਹੈਗੇ ਨੇ, ਉਹ ਖੜੇ ਕਰ ਲਿੱਤੇ ਜਾਣਗੇ ਸ਼ਰੀਰ ਦੇ ਵਿੱਚ, ਤੇ ਉਦੋਂ ਇਹ ਜਿਹੜੀ ਜਗ੍ਹਾ ਹੈਗੀ ਆ, ਆਪਾਂ ਪੜ੍ਹੀ ਹੈਗੀ ਆ, ਹੈਲ ਜਿਹਨੂੰ ਕਹਿੰਦੇ ਨੇ, ਇਹ ਖਾਲੀ ਹੋ ਜਾਏਗੀ ਤੇ ਸਾਰੇ ਲੋਕ ਇੱਕ ਇੱਕ ਕਰਕੇ ਉਸ ਤਖਤ ਦੇ ਸਾਹਮਣੇ ਖੜਨਗੇ ਤੇ ਪਰਮੇਸ਼ਰ ਉਹਨਾਂ ਨੂੰ ਜੱਜ ਕਰੇਗਾ, ਤੇ ਉਦੋਂ ਬਾਅਦ ਉਹਨਾਂ ਨੂੰ ਨਰਕਾਂ ਦੇ ਵਿੱਚ ਭੇਜ ਦਿੱਤਾ ਜਾਵੇਗਾ। And after that 1000 years of period, that there will be judgment taking place in front of the white throne, and the church will be judging. At that time, all those people that they will be in hell, it will be emptied, and all those people will come and they will be judged one by one. And after that judgment, they will be put back wherever they belong. ਆਓ ਦੇਖੀਏ ਰੈਵਲੇਸ਼ਨ ਚੈਪਟਰ 20 ਵਰਸ 4 to 6। ਜੀ ਹਾਂ, ਫਿਰ ਮੈਂ ਤਖਤ ਲੱਗੇ ਹੋਏ ਦੇਖੇ ਜਿਨ੍ਹਾਂ ਤੇ ਬੈਠਣ ਵਾਲਿਆਂ ਨੂੰ ਨਿਆਂ ਦਾ ਅਧਿਕਾਰ ਦਿੱਤਾ ਗਿਆ ਸੀ। ਮੈਂ ਉਹਨਾਂ ਸਭ ਦੀਆਂ ਆਤਮਾਵਾਂ ਨੂੰ ਦੇਖਿਆ ਜੋ ਮਸੀਹ ਦੀ ਗਵਾਹੀ ਦੇਣ ਅਤੇ ਪਰਮੇਸ਼ਰ ਦੇ ਵਚਨ ਸੁਣਾਉਣ ਕਾਰਨ ਕਤਲ ਕੀਤੇ ਹੋਏ ਸਨ। ਉਹਨਾਂ ਪਸ਼ੂ ਜਾਂ ਉਸ ਦੇ ਬੁੱਤ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਹੀ ਆਪਣੇ ਮੱਥਿਆਂ ਤੇ ਜਾਂ ਹੱਥਾਂ ਤੇ ਉਸ ਦੀ ਮੋਹਰ ਲਈ ਸੀ। ਉਹ ਸਭ ਫਿਰ ਜੀ ਉੱਠੇ ਅਤੇ ਉਹਨਾਂ ਮਸੀਹ ਦੇ ਨਾਲ ਮਿਲ ਕੇ 1000 ਸਾਲ ਤੱਕ ਰਾਜ ਕੀਤਾ। ਸੋ ਤੁਸੀਂ ਦੇਖਿਆ ਕਿ ਇਹ ਇਸ ਤਰ੍ਹਾਂ ਰਾਜ ਕਰਾਂਗੇ 1000 ਸਾਲ ਤੇ, ਲੇਕਿਨ ਉਹ ਤੋਂ ਬਾਅਦ ਦੇ ਵਿੱਚ ਹੁਣ ਗਾਹਾਂ ਦੇਖਾਂਗੇ 11ਵੇਂ ਤੇ 11 ਤੋਂ ਲੈ ਕੇ 15ਵਾਂ ਵਰਸ ਪੜਾਂਗੇ ਤਾਂ ਸੇਮ ਚੈਪਟਰ ਦਾ, ਜਿਹਦੇ ਵਿੱਚ ਬਿਆਨ ਕੀਤਾ ਗਿਆ ਹੈਗਾ ਕਿ ਕਿਸ ਤਰ੍ਹਾਂ
ਜਜਮੈਂਟ ਤੋਂ ਬਾਅਦ ਉਹਨਾਂ ਨੂੰ ਨਰਕਾਂ 'ਚ ਪਾ ਦਿੱਤਾ And then we're going to read the same chapter, verse 11 to 15 as well, that after judgment, how they will be put in hell. ਜੀ ਹਾਂ ਤਦ ਮੈਂ ਇੱਕ ਚਿੱਟੇ ਵੱਡੇ ਤਖਤ ਨੂੰ ਅਤੇ ਉਸ ਉੱਤੇ ਬੈਠੇ ਜਨ ਨੂੰ ਦੇਖਿਆ। ਧਰਤੀ ਅਤੇ ਆਕਾਸ਼ ਉਸ ਦੇ ਸਾਹਮਣੇ ਹਟ ਗਏ ਅਤੇ ਲੋਪ ਹੋ ਗਏ, ਉਹਨਾਂ ਦੇ ਲਈ ਪਿੱਛੇ ਕੋਈ ਥਾਂ ਬਾਕੀ ਨਾ ਬਚੀ। ਫਿਰ ਮੈਂ ਸਭ ਮਰੇ ਹੋਏ ਅਰਥਾਤ ਛੋਟੇ ਤੇ ਵੱਡੇ ਉੱਥੇ ਖੜੇ ਦੇਖੇ ਅਤੇ ਉਹਨਾਂ ਦੀਆਂ ਪੋਥੀਆਂ ਖੋਲੀਆਂ ਗਈਆਂ। ਇਸ ਦੇ ਨਾਲ ਹੀ ਇੱਕ ਹੋਰ ਪੋਥੀ ਜੋ ਜੀਵਨ ਦੀ ਸੀ ਖੋਲੀ ਗਈ। ਤਦ ਸਭ ਮਰਿਆ ਹੋਇਆਂ ਦਾ ਨਿਆਂ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਕੀਤਾ ਗਿਆ। ਇਸ ਦੇ ਲਈ ਸਮੁੰਦਰ ਨੇ ਆਪਣੇ ਵਿੱਚ ਮਰੇ ਹੋਇਆਂ ਨੂੰ ਅਤੇ ਮੌਤ ਤੇ ਨਰਕ ਕੁੰਡ ਦੇ ਆਪਣੇ ਵਿੱਚ ਰੱਖੇ ਗਏ ਮਰਿਆ ਹੋਇਆਂ ਨੂੰ ਵਾਪਸ ਮੋੜ ਦਿੱਤਾ। ਹਰ ਮਨੁੱਖ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ। ਤਦ ਮੌਤ ਅਤੇ ਨਰਕ ਕੁੰਡ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ। ਇਹ ਅੱਗ ਦੀ ਝੀਲ ਦੂਜੀ ਮੌਤ ਹੈ। ਵਾਓ ਸੋ ਇਹ ਅੱਗ ਦੀ ਝੀਲ ਜਿਹੜੀ ਆ ਦਰਅਸਲ ਇਹ ਨਰਕ ਨੇ, ਅਸਲੀ ਨਰਕ, ਜਿਹਦੇ ਵਿੱਚ ਹਮੇਸ਼ਾ ਲੋਕ ਜਿਹੜੇ ਨੇ ਹਮੇਸ਼ਾ ਵਾਸਤੇ ਤਰਫਾਏ And this is like the lake of fire. This is the actually hell where the people will be tormented forever and ever. ਹੁਣ ਇਹ ਤੋਂ ਬਾਅਦ ਬਰਾਬਰ ਦੇ ਆਪਾਂ ਦੇਖਾਂਗੇ ਕਿ ਜੇ ਆਪਾਂ ਜਦੋਂ ਪੜ੍ਹਿਆ ਸੀਗਾ ਕਿ ਫਿਰਦੌਸ ਤੇ ਹੇਡੀਜ਼ ਦੇ ਵਿੱਚ ਇੱਕ ਬਹੁਤ ਹੀ ਗਹਿਰੀ ਬਹੁਤ ਹੀ ਡੂੰਘੀ ਥਾਂ ਹੈ। And we read that there's a very deep place in between paradise and Hades. ਪਰਮੇਸ਼ਰ ਬੱਚਿਆਂ ਨੂੰ ਉਹਨੂੰ ਕਹਿੰਦਾ ਆ ਦ ਗ੍ਰੇਟ ਗੋਲਫ ਕਿਹਾ ਜਾਂਦਾ ਆ। ਇੱਕ ਐਸੀ ਡੂੰਘੀ ਛਾਂ ਪੜਾਂਗੇ ਬੱਚਿਆਂ ਚੋਂ ਲੂਕ 16:26 ਦੇ ਵਿੱਚ ਬਿਆਨ ਕੀਤਾ ਗਿਆ ਆ। And the word of God calls it as a great gulf. And book of Luke chapter 16, we're gonna read that. ਹਾਂਜੀ ਆਓ ਦੇਖੀਏ ਲੂਕ ਚੈਪਟਰ 16 verse 26। ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਬਹੁਤ ਵੱਡੀ ਖਾਈ ਹੈ। ਖਾਈ, ਬਹੁਤ ਵੱਡੀ ਖਾਈ, ਇਹ ਵੀ ਇੱਕ ਜਗ੍ਹਾ ਹੈਗੀ ਆ ਜਿਹੜੀ ਕਹਿ ਲੋ ਕਿ ਇਸ ਧਰਤੀ ਦੇ ਥੱਲੇ ਹੈਗੀ ਆ। ਬਹੁਤ ਵੱਡੀ ਖਾਈ ਤੇ ਬਹੁਤ ਗਹਿਰੀ ਡੂੰਘੀ ਖਾਈ। And this is too, there's a place that is underneath this earth. It's a very, very deep ditch type. ਹੁਣ ਕਈ ਧਰਮ ਵਿਸ਼ਵਾਸ ਕਰਦੇ ਨੇ ਕਿ ਸ਼ਾਇਦ ਇਹ ਉਹ ਪੁਰਗਾਟਰੀ ਹੈਗੀ ਆ ਜਿਸ ਦੇ ਵਿੱਚ ਲੋਕ ਟੈਂਪਰੇਰੀ ਤੌਰ ਤੇ ਰਹਿੰਦੇ ਨੇ ਤੇ ਜੇ ਉੱਪਰ ਦੁਆਵਾਂ ਕਰੀਏ ਤਾਂ ਉਹ ਉੱਥੋਂ ਕੱਢੇ ਜਾ ਸਕਦੇ ਨੇ। ਲੇਕਿਨ ਬਾਈਬਲ ਦੇ ਵਿੱਚ ਉਹਦਾ ਕੋਈ ਰੈਫਰੈਂਸ ਨਹੀਂ। ਬਾਈਬਲ ਦੇ ਮੁਤਾਬਿਕ ਉਹ ਬਿਲਕੁਲ ਇੱਕ ਐਸੀ ਥਿਓਲੋਜੀ ਹੈ ਜਿਹੜੀ ਗਲਤ ਆ। And some people also say that this is the place maybe where a lot of people are being put, but according to the Bible it doesn't talk about that. It doesn't say, so that theology is not correct according to the Bible. ਹੁਣ 6ਵੇਂ ਨੰਬਰ ਤੇ ਜਾ ਕੇ ਆਪਾਂ ਨੂੰ ਇਸ ਬੋਟਮਲੈਸ ਪਿਟ ਦੇ ਬਾਰੇ ਥੋੜਾ ਜਿਹਾ ਹੋਰ ਪੜ੍ਹਨ ਨੂੰ ਮਿਲੇਗਾ। ਸੋ ਇਹ ਇੱਕ ਜਗ੍ਹਾ ਹੈਗੀ ਆ ਜਿਹੜੀ ਬੋਟਮਲੈਸ ਪਿਟ ਹੈਗੀ ਆ। ਇਹ ਬਹੁਤ ਹੀ ਗਹਿਰੀ ਹੈਗੀ ਆ, ਬਹੁਤ ਹੀ ਡੀਪ ਹੈਗੀ ਆ। ਪਰਮੇਸ਼ਰ ਦੇ ਵਿੱਚ ਲੂਕ ਚੈਪਟਰ 8 ਦੇ ਵਿੱਚ ਇਹਨੂੰ ਬਿਆਨ ਕੀਤਾ ਗਿਆ ਹੈ। And we're going to read in the book of Luke chapter 8 that talked about that bottomless pit. It shows talks more about it, so we get to learn a little more about this. ਸੋ 6ਵੇਂ ਨੰਬਰ ਤੇ ਇਹ ਆਪਾਂ ਪੜਾਂਗੇ ਬੋਟਮਲੈਸ ਪਿਟ ਦੇ ਬਾਰੇ। ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਬਦਰੂਆਂ ਨੂੰ ਉਹਨਾਂ ਦੂਤਾਂ ਨੂੰ ਬੰਨਿਆ ਹੋਇਆ ਹੈ, ਬੰਨ ਕੇ ਰੱਖਿਆ ਗਿਆ। And this is the place where those angels are being kept at this moment. They're tied up and kept at this bottomless pit. ਆਓ ਦੇਖੀਏ ਲੂਕ ਚੈਪਟਰ 8 verse 31 ਦੇ ਵਿੱਚ। ਜੀ ਹਾਂ ਉਹਨਾਂ ਭੂਤਾਂ ਨੇ ਯਿਸੂ ਅੱਗੇ ਬੇਨਤੀ ਕੀਤੀ, ਸਾਨੂੰ ਪਤਾਲ ਲੋਕ ਵਿੱਚ ਜਾਣ ਦਾ ਹੁਕਮ ਨਾ ਦਿਓ। ਉਹਨਾਂ ਨੇ ਆਖਿਆ ਸਾਨੂੰ ਪਤਾਲ ਲੋਕ ਦੇ ਵਿੱਚ ਜਾਣ ਨੂੰ ਨਾ ਭੇਜੋ, ਸਾਨੂੰ ਇੱਥੇ ਸੂਰਾਂ ਦੇ ਵਿੱਚ ਜਾ ਲੈਣ ਦਿਓ। And they requested Lord Jesus then not to send them into the abyss. Just send them, put us into the pigs that they were there. ਹੁਣ ਰੈਵਲੇਸ਼ਨ ਦੀ ਕਿਤਾਬ ਦੇ ਵਿੱਚ ਵੀ ਬਿਆਨ ਕੀਤਾ ਗਿਆ ਹੈ, ਜਿਹਦਾ ਆਪਾਂ ਪੜ੍ਹਿਆ ਹੈਗਾ ਆ। ਉਹਦੇ ਕਈ ਥਾਵਾਂ ਤੇ ਇਹਦੇ ਬਾਰੇ ਬਿਆਨ ਕੀਤਾ ਗਿਆ ਤੇ ਇਹ ਜਿਹੜਾ ਵਚਨ ਆਪਾਂ ਪੜ੍ਹਿਆ ਹੈਗਾ ਤੇ ਪੜ੍ਹ ਰਹੇ ਆ ਰੈਵਲੇਸ਼ਨ ਚੈਪਟਰ 9 ਦੇ ਵਿੱਚ। ਇਹ ਜਿਹੜਾ ਥਾਲ ਜਿਹੜਾ ਖੁੱਲ੍ਹਦਾ ਆ, ਬੋਟਮਲੈਸ ਪਿਟ ਖੁੱਲ੍ਹਦੀ ਆ, ਇਹਦੇ ਵਿੱਚੋਂ ਹੀ ਉਹ ਡੀਮਨ ਜਿਹੜੇ ਨੇ ਬਾਹਰ ਨਿਕਲਦੇ ਨੇ ਤੇ ਜਿਹੜੇ ਆ ਕੇ ਉਹ ਕਹਿ ਲਓ ਕਿ ਦੁਨੀਆ ਤੇ 5 ਮਹੀਨਿਆਂ ਦੇ ਵਾਸਤੇ ਲੋਕਾਂ ਨੂੰ ਤੜਫਾਣਗੇ ਤੇ ਪਰੇਸ਼ਾਨ ਕਰਨਗੇ। ਇੱਕ ਐਸੀ ਜਗ੍ਹਾ ਆ ਜਿਹਦੇ ਵਿੱਚ ਸਿਰਫ ਡੀਮਨਸ ਬੰਦ ਕਰਕੇ ਰੱਖੇ ਗਏ ਨੇ, ਫਾਲਨ ਐਂਜਲਸ ਬੰਦ ਕਰਕੇ ਰੱਖੇ ਜਾਂਦੇ ਨੇ ਤੇ ਕਿਹਾ ਗਿਆ ਆ ਕਿ ਵਿਸ਼ਵਾਸ ਕਰਦੇ ਨੇ ਪਰਮੇਸ਼ਰ ਦੇ ਜਿਹੜੇ ਕਮੈਂਟੇਟਰਸ ਹੈਗੇ ਨੇ ਕਿ ਹੋ ਸਕਦਾ ਕਿ ਜਦੋਂ ਸ਼ੈਤਾਨ ਨੂੰ ਬੰਨਿਆ ਜਾਵੇਗਾ 1000 ਸਾਲ ਵਾਸਤੇ ਉਦੋਂ ਇਹਨੂੰ ਇਹਦੇ ਵਿੱਚ ਹੀ ਪਾਇਆ ਜਾਵੇਗਾ। And in Revelation 9, what all this that we are reading, that for 5 months the people will be tormented, and those fallen angels and demons that are being kept at this particular place, which is bottomless pit. And some people also say, the theologists also say that 1,000 years when devil will be tied up, he will be kept at this particular place as well.
ਸੋ ਭਰਾਵੋ ਇਹ 6ਵੀਂ ਜਗ੍ਹਾ ਜਿਹੜੀ ਹੈਗੀ ਆ ਇਹ ਕਹਿ ਲਓ ਕਿ ਬੋਟਮਲੈਸ ਪਿਟ ਹੈਗੀ ਆ ਜਿਹਨੂੰ ਡੀਪ ਵੀ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ, ਅਬਾਈਸ ਵੀ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ। ਸੋ ਇਹ ਤੋਂ ਬਾਅਦ ਆਪਾਂ 7ਵੇਂ ਨੰਬਰ ਤੇ ਜਾਵਾਂਗੇ। 7ਵੇਂ ਨੰਬਰ ਤੇ ਲੇਕ ਆਫ ਫਾਇਰ, ਅਸਲੀ ਨਰਕ, ਇਹਦੇ ਬਾਰੇ ਪੜਾਂਗੇ। And number 7 is lake of fire. That is in true reality, that is the hell. ਜਿਹਨੂੰ ਪਰਮੇਸ਼ਰ ਦੇ ਵਚਨ ਵਿੱਚ ਸੈਕੰਡ ਡੈਥ ਵੀ ਕਿਹਾ ਜਾਂਦਾ, ਯਾਨੀ ਕਿ ਦੂਜੀ ਮੌਤ ਕਿਹਾ ਜਾਂਦਾ। And it's also known as the second death in the word of God. ਤੁਹਾਨੂੰ ਪਤਾ ਕਿ ਤੁਸੀਂ ਇਸ ਦੂਜੀ ਮੌਤ ਨੂੰ ਮਾਰ ਸਕਦੇ ਹੋ, ਡਿਸਟਰੋਏ ਕਰ ਸਕਦੇ ਹੋ, ਜੇ ਤੁਸੀਂ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲਓ। And do you know that you can destroy this second death if you open your heart and receive Lord Jesus Christ as your Savior? ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਦੇ ਉੱਤੇ ਸੈਕੰਡ ਡੈਥ ਨੂੰ ਡਿਸਟਰੋਏ ਕਰ ਦਿੱਤਾ। Lord Jesus on that cross, he destroyed the second death. ਹੁਣ ਜਿਹੜੇ ਪ੍ਰਭੂ ਯਿਸੂ ਵਿਸ਼ਵਾਸ ਕਰਦੇ ਨੇ ਉਹਨਾਂ ਦੇ ਵਾਸਤੇ ਇਸ ਨਰਕ ਦੇ ਦਰਵਾਜ਼ੇ ਹਮੇਸ਼ਾ ਹਮੇਸ਼ਾ ਲਈ ਬੰਦ And the people who believe in Lord Jesus as their Savior, the doors of this hell is completely closed for them. ਪ੍ਰਭੂ ਤੁਹਾਡੀ ਕਿੰਨੀ ਬਰਕਤ ਵਾਲੀ ਗੱਲ ਹੈ। ਪ੍ਰਭੂ ਯਿਸੂ ਮਸੀਹ ਨੇ ਦੱਸਿਆ ਸਾਨੂੰ ਕਲੀਅਰਲੀ, ਜੇ ਤੁਸੀਂ ਉਹਦੇ 'ਚ ਵਿਸ਼ਵਾਸ ਕਰ ਲਓ ਤਾਂ ਤੁਹਾਡੀ ਰੂਹ ਦਾ ਨਵਾਂ ਜਨਮ ਹੋ ਜਾਵੇਗਾ। ਜਿਹਦਾ ਨਵਾਂ ਜਨਮ ਹੋ ਜਾਏ ਰੂਹਾਨੀ ਤੌਰ ਤੇ, ਉਹ ਇਸ ਦਰਵਾਜ਼ੇ ਥਾਂ ਦੀ ਕਦੇ ਗੁਜ਼ਰੇਗਾ। And Lord Jesus told us that if we receive him, we will have a new birth, a spiritual birth. And then if we have that new birth, we will never go through the gates of hell. ਨਰਕਾਂ ਦੇ ਦਰਵਾਜ਼ੇ ਚਰਚ ਦੇ ਸਾਹਮਣੇ ਖੁੱਲੇ ਨਹੀਂ ਰਹਿਣਗੇ। The gates of hell will not be opened ever in front of the church. ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚ ਮਤੀ ਦਾ 25ਵਾਂ ਚੈਪਟਰ ਦੇਖਾਂਗੇ ਤੇ ਉਹਦੇ ਵਰਸ ਆਪਾਂ 41 ਵਿੱਚ ਦੇਖਾਂਗੇ ਕੀ ਲਿਖਿਆ ਗਿਆ ਹੈ ਇਸ ਜਗ੍ਹਾ ਦੇ ਬਾਰੇ ਜਿਹਨੂੰ ਜਹੰਨਮ ਵੀ ਕਿਹਾ ਗਿਆ ਹੈਗਾ। And we're going to read in the Word of God, book of Matthew, chapter 25, verse 41, we're going to read. ਇਹ ਜਿਹੜਾ ਜਹੰਨਮ ਹੈ, ਇਹ ਜਿਹੜੇ ਲੇਕ ਆਫ ਫਾਇਰ ਹੈ, ਇਹ ਰੱਬ ਨੇ ਕਦੇ ਵੀ ਇਨਸਾਨਾਂ ਲਈ ਨਹੀਂ ਬਣਾਈ ਸੀਗੀ। ਇਹ ਰੱਬ ਨੇ ਆਪਣੇ ਉਹਨਾਂ ਬਦਰੂਆਂ ਦੇ ਲਈ ਜਾਂ ਉਹਨਾਂ ਦੂਤਾਂ ਦੇ ਲਈ, ਫਾਲਨ ਐਂਜਲ ਜਿਨ੍ਹਾਂ ਨੇ ਵਿਗਾਵਤ ਕੀਤੀ ਸੀ, ਉਹਦੇ ਲਈ ਬਣਾਈ ਹੋਈ And this lake of fire was never made for people. It was made for those fallen angels at that time that God had put in them, at that ਲੇਕਿਨ place. ਪਰਮੇਸ਼ਰ ਨੇ ਲੋਕਾਂ ਦੇ ਲਈ ਸਵਰਗ ਤਿਆਰ ਕੀਤਾ ਹੈ ਤਾਂ ਕਿ ਲੋਕ ਸਵਰਗ ਦੇ ਵਿੱਚ ਆ But God has prepared heaven for people so people can be there together. ਹਰ ਉਹ ਇਨਸਾਨ ਦੇ ਲਈ ਜਿਹਨੇ ਆਪਣਾ ਦਿਲ ਖੋਲ ਕੇ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਲੈਂਦਾ ਹੈ, ਉਹਦੇ ਲਈ ਸਵਰਗ ਤਿਆਰ ਹੈ। And all that person, all those people who open their heart and receive Lord Jesus Christ as their Savior, those heavens are ready for them. ਆਓ ਦੇਖੀਏ ਮੈਥਿਊ ਚੈਪਟਰ 25 ਵਰਸ 41। ਜੀ ਹਾਂ। ਫਿਰ ਰਾਜਾ ਆਪਣੇ ਖੱਬੇ ਪਾਸੇ ਵਾਲਿਆਂ ਨੂੰ ਕਹੇਗਾ, ਤੁਸੀਂ ਜੋ ਪਰਮੇਸ਼ਰ ਦੇ ਸਰਾਪ ਹੇਠਾਂ ਹੋ, ਮੇਰੇ ਸਾਹਮਣੇ ਦੂਰ ਉਸ ਹਮੇਸ਼ਾ ਬਲਣ ਵਾਲੀ ਅੱਗ ਵਿੱਚ ਚਲੇ ਜਾਓ ਜੋ ਸ਼ੈਤਾਨ ਅਤੇ ਉਸਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। ਦੇਖਿਆ ਤੁਸੀਂ, ਸ਼ੈਤਾਨ ਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਗਈ। See, that place was only prepared for devil and for his angels. ਹੁਣ ਕਈ ਲੋਕ ਕਹਿੰਦੇ ਨੇ ਵੀ ਹੋ ਸਕਦਾ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਧਰਤੀ ਦੇ ਥੱਲੇ ਨਾ ਹੋਵੇ, ਹੋ ਸਕਦਾ ਕੋਈ ਹੋਰ ਕੋਈ ਬਾਹਰ ਪਲੈਨਟ ਹੋਵੇ। ਕਈ ਕਹਿੰਦੇ ਨੇ ਵੀਨਸ ਜਿਹੜਾ ਪਲੈਨਟ ਹੈਗਾ ਉਹ ਬਹੁਤ ਹੌਟ ਪਲੈਨਟਸ ਹੈਗਾ, ਜਿਹੜਾ ਟੈਂਪਰੇਚਰ 1000 ਡਿਗਰੀ ਆ, ਸ਼ਾਇਦ ਉਹ ਜਗ੍ਹਾ ਤਿਆਰ ਕੀਤੀ ਗਈ ਹੋਵੇ ਪਰਮੇਸ਼ਰ ਨੇ ਦੂਤਾਂ ਬਦਰੂਆਂ ਦੇ। And some people also say that maybe it's not some place under this earth, maybe it's a different planet, for example like Venus, because Venus is a very very hot place, so maybe that's the planet is prepared for devil and for those angels. ਇਹ ਉਹ ਜਗ੍ਹਾ ਆ ਜਿਸ ਦੇ ਵਿੱਚ ਬਦਰੂਆਂ ਯਾਨੀ ਕਿ ਫਾਲਨ ਐਂਜਲ, ਸ਼ੈਤਾਨ ਤੇ ਉਹ ਤੋਂ ਬਾਅਦ ਉਹ ਸਾਰੇ ਲੋਕ ਜਿਹੜਿਆਂ ਨੇ ਪਰਮੇਸ਼ਰ ਨੂੰ ਨਹੀਂ ਮੰਨਿਆ ਬਲਕਿ ਸ਼ੈਤਾਨ ਦੇ ਪਿੱਛੇ ਚਲੇ, ਉਹਨਾਂ ਦਾ ਅੰਤ ਹੋਵੇ। And this will be the place for those fallen angels and for devil and people who followed devil in a way or this way or another, so this place will be for them. ਮੈਥਿਊ ਚੈਪਟਰ 13 ਵਰਸ 42 ਦੇ ਵਿੱਚ ਪਰਮੇਸ਼ਰ ਬਿਆਨ ਕਰਦਾ, ਪਰਮੇਸ਼ਰ ਦਾ ਵਚਨ, ਪ੍ਰਭੂ ਚਾਹੁੰਦੇ ਨੇ ਕਿ ਹਰ ਇਨਸਾਨ ਜਿਹੜਾ ਆ ਉਹ ਰੱਬ ਦੇ ਕਰੀਬ ਆ ਜਾਵੇ ਤੇ ਤਾਂ ਕਿ ਇਸ ਜਗ੍ਹਾ ਤੋਂ ਬਚ ਜਾਵੇ, ਕਿਉਂਕਿ ਇਸ ਜਗ੍ਹਾ ਦੇ ਵਿੱਚ ਬਹੁਤ ਹੀ ਹਾਲ ਬੁਰਾ ਹੋਵੇਗਾ। And book of Matthew chapter 13 verse 2 says that all those people may accept Lord Jesus and it's good to be saved at that time because those times will be very very terrible times. ਆਓ ਪੜਾਂਗੇ। Let's read. ਮੈਥਿਊ 13:42 ਜੀ। ਫਿਰ ਸਵਰਗਦੂਤ ਉਹਨਾਂ ਸਭ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਣਾ ਹੋਵੇਗਾ। ਵਾਓ,
ਇਹ ਹੈ ਉਹ ਅੱਗ ਦੀ ਭੱਠੀ ਪ੍ਰਭੂ ਦੇ ਬਣੇ ਜਿਹੜੇ 7ਵੇਂ ਨੰਬਰ ਤੇ ਜਗ੍ਹਾ ਹੈਗੀ ਆ ਇਸ ਧਰਤੀ ਦੇ ਥੱਲੇ And that is that lake of fire, the number 7 place that this word of God talks about that. ਜਾਂ ਹੋ ਸਕਦਾ ਕਿ ਧਰਤੀ ਦੇ ਥੱਲੇ ਨਾ ਹੋਵੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕੋਈ ਕਮੈਂਟੇਟਰ ਕਹਿੰਦੇ ਨੇ ਵੀਨਸ ਪਲੈਨਟ ਜਿਹੜਾ ਹੈਗਾ ਆ ਸ਼ਾਇਦ ਉਹ ਕਿਉਂਕਿ ਉਹ ਸਲਫਰ ਦੇ ਨਾਲ ਭਰਿਆ ਹੋਇਆ ਆ ਉੱਥੇ ਇੰਨੀ ਜ਼ਿਆਦਾ ਗਰਮੀ ਹੈਗੀ ਆ 97% ਉਹ sulfur ਹੈ ਤੇ ਉਹ ਅੱਗ ਹੈ ਪੂਰੀ ਤਰ੍ਹਾਂ Or maybe not under this earth, as some commentators say that could be a planet with a very, very hot planet, Venus, and maybe that's the place that is prepared for those people. ਜਿਹੜੇ ਸਾਇੰਟਿਸਟ ਹੈਗੇ ਨੇ ਜਦੋਂ ਉਹ ਵੀਨਸ ਨੂੰ ਬਿਆਨ ਕਰਦੇ ਨੇ ਤੇ ਉਹ ਕਹਿੰਦੇ ਨੇ a hell in the heaven. When some scientists, when they describe that planet, Venus, they actually say it's like hell in the heaven, like up there, but it's so hot, burning, it's just like hell. ਸੋ ਪ੍ਰਭੂ ਦੇ ਬਣੋ ਪਰਮੇਸ਼ਰ ਦੇ ਵਚਨ ਚ ਰੈਵਲੇਸ਼ਨ ਚੈਪਟਰ 21 ਵਰਸ 8 ਦੇ ਵਿੱਚ ਦੇਖਾਂਗੇ ਆਪਾਂ ਜਿਹਦੇ ਵਿੱਚ ਦੱਸਿਆ ਗਿਆ ਹੈਗਾ ਆ ਐਸ ਸੈਕੰਡ ਡੈਥ ਦੇ ਬਾਰੇ ਜਾਨੀ ਕਿ ਨਰਕਾਂ ਦੇ ਬਾਰੇ And we're going to see in book of Revelation chapter 21 verse 8 we're going to read a little more and we're going to see what it says about hell as well there. ਜੀ ਹਾਂ ਪਰ ਉਹਨਾਂ ਸਭ ਦੀ ਥਾਂ ਜੋ ਡਰਾਕੜ ਅਵਿਸ਼ਵਾਸੀ ਗੰਦੇ ਕਾਤਲ ਵਿਵਚਾਰੀ ਜਾਦੂਗਰ ਮੂਰਤੀ ਪੂਜਕ ਅਤੇ ਹਰ ਤਰ੍ਹਾਂ ਦਾ ਝੂਠ ਬੋਲਣ ਵਾਲੇ ਹਨ ਉਸ ਝੀਲ ਵਿੱਚ ਹੋਵੇਗਾ ਜੋ ਅੱਗ ਅਤੇ ਗੰਧਕ ਨਾਲ ਬਲਦੀ ਹੈ ਇਹ ਦੂਜੀ ਮੌਤ ਹੈ ਵਾਓ ਸੋ ਪ੍ਰਭੂ ਇਹ ਤਾਂ 7 ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਦੇਖੀਆਂ ਧਰਤੀ ਤੇ ਹੁਣ ਇਹ ਜਿਹੜੇ ਸਾਰੇ ਲੋਕਸ ਹੈਗੇ ਨੇ ਇਹ ਜਿਹੜੀਆਂ ਸਾਰੇ ਡੀਮਨਸ ਨੇ ਖੁੱਲ ਕੇ ਆਣਗੇ ਤੇ ਆ ਕੇ ਦੁਨੀਆ ਨੂੰ ਤਰਫਾਣਗੇ ਇਨਸਾਨਾਂ ਨੂੰ ਤਰਫਾਣਗੇ ਲੇਕਿਨ ਉਹਨਾਂ ਨੂੰ ਨਹੀਂ ਜਿਨ੍ਹਾਂ ਤੇ ਰੱਬ ਦੀ ਮੋਹਰ ਲੱਗੀ ਹੋਏ ਬਲਕਿ ਉਹਨਾਂ ਨੂੰ ਜਿਨ੍ਹਾਂ ਤੇ ਰੱਬ ਦੀ ਮੋਹਰ ਨਹੀਂ ਲੱਗੀ ਹੋਈ And they now this number 5 that we seen in this chapter number 6 and those will be those locusts that will be coming and they will make the living very difficult for the people here and they will torture the people for those people who don't have the seal of God. ਇਹਨਾਂ ਦਾ ਜਿਹੜਾ ਪ੍ਰਧਾਨ ਹੈਗਾ ਆ ਉਹਦਾ ਨਾਮ ਐਪੋਲੀਓਨ ਕਿਹਾ ਗਿਆ ਹੈਗਾ ਆ ਪਰਮੇਸ਼ਰ ਦੇ ਵਚਨ ਵਿੱਚ ਜਿਹਦਾ ਮਤਲਬ ਆ ਡਿਸਟਰੋਇਰ ਯਾਨੀ ਕਿ ਜਿਹੜਾ ਤਬਾਹੀ ਲੈ ਕੇ ਆ ਰਿਹਾ ਤਬਾਹ ਕਰਨ ਵਾਸਤੇ ਆ ਰਿਹਾ And the name of their leader is Apollyon, it says in the word of God, which means the person who comes to destroy. ਹੁਣ ਬਿਲਸਬੂ ਵੀ ਨਾਮ ਬਚਨ ਦੇ ਵਿੱਚ ਆਂਦਾ ਹੈਗਾ ਆ ਉਹਦਾ ਜਿਹੜਾ ਪ੍ਰਧਾਨ ਹੈਗਾ ਆ ਉਹਨਾਂ ਬਦਰੂਆਂ ਦਾ ਉਹਨਾਂ ਸਪਿਰਿਟਸ ਦਾ ਜਿਹੜੇ ਲੋਕਾਂ ਨੂੰ ਪਰੇਸ਼ਾਨ ਜਾਂ ਤੰਗ ਕਰਨ ਵਾਸਤੇ ਆਉਂਦੇ ਨੇ And also there's this another name given as well, Beelzebub, and that is also the who come to torture people. ਪ੍ਰਭੂ ਤੁਹਾਨੂੰ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿ ਇਹ ਜਿਹੜੇ ਇਹ ਡੀਮਨਸ ਹੈਗੇ ਨੇ 5 ਮਹੀਨਿਆਂ ਦੇ ਵਿੱਚ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਲੇਕਿਨ ਉਹਨਾਂ ਨੂੰ ਟੱਚ ਨਹੀਂ ਕਰਨਗੇ ਜਿਨ੍ਹਾਂ ਤੇ ਰੱਬ ਦੀ ਮੋਹਰ ਲੱਗੀ ਹੋਵੇ ਬਲਕਿ ਦੂਸਰੇ ਸਾਰੇ ਲੋਕਾਂ ਨੂੰ ਇਨਸਾਨਾਂ ਨੂੰ ਤਰਫਾਣਗੇ ਮੌਤ ਵੀ ਭੱਜੇਗੀ ਮੌਤ ਨੇੜੇ ਨਹੀਂ ਆਵੇਗੀ ਤੇ ਲੋਕ ਚਾਹਣਗੇ ਮਰਨਾ ਉਹ ਇੰਨਾ ਤਰਫਣਗੇ ਲੋਕ ਚਾਹਣਗੇ ਕਿ ਮੌਤ ਆ ਜਾਵੇ ਮਰ ਜਾਣ ਲੇਕਿਨ ਮੌਤ ਵੀ ਉਹਨਾਂ ਦੇ ਨੇੜੇ ਨਹੀਂ ਆਵੇਗੀ ਬਲਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਉਹ ਸਿਰਫ ਤਰਫਾਏ ਜਾਣਗੇ 5 ਮਹੀਨਿਆਂ ਤੱਕ And once again, for 5 months, those people will be tortured, and those will be tortured who don't have God's seal, and those people will be tortured so badly they will want to die, but they couldn't die. They will just go through the suffering non-stop. ਇਹ ਤਾਂ ਸੀਗਾ ਪ੍ਰਭੂ ਦੇ ਬਣੋ ਆਪਣਾ 5ਵਾਂ ਬਿਗਲ And this was our 5th trumpet when it will be blown. ਅਗਲੀ ਵਾਰ ਆਪਾਂ 6ਵਾਂ ਬਿਗਲ And ਦੇਖਾਂਗੇ next time we're going to study the 6th trumpet. ਲੇਕਿਨ ਤਦ ਤੱਕ But until then, ਆਓ ਦੁਆ ਕਰੀਏ let's pray ਇਸ ਦੁਨੀਆ ਦੇ ਲਈ ਆਪਣੇ ਰਿਸ਼ਤੇਦਾਰਾਂ ਦੇ ਲਈ ਤਾਂ ਕਿ ਉਹ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਨੂੰ ਮੁਕਤੀਦਾਤਾ ਸਵੀਕਾਰ Let's pray for everyone in this world and also for our families and relatives so they can open their hearts and accept Lord Jesus as their Savior. ਆਓ ਇੱਕ ਛੋਟੀ ਪ੍ਰੇ Let's ਕਰਦੇ pray. ਹਾਂ ਪਰਮੇਸ਼ਰ ਪਿਤਾ Lord Father, ਤੁਹਾਡਾ ਵਚਨ ਸੁਣਿਆ we heard your word today. ਅਸੀਂ ਦੁਆ And ਕਰਦੇ we ਹਾਂ pray, ਕਿ ਪ੍ਰਭੂ ਜੀ ਸਾਨੂੰ ਮਾਫ ਕਰੋ forgive us, Lord Jesus. ਪਵਿੱਤਰ ਆਤਮਾ ਜੀ ਸਾਡੀ ਮਦਦ Holy ਕਰੋ Spirit, please help us ਤਾਂ ਕਿ ਅਸੀਂ ਤੌਬਾ ਕਰ so we ਸਕੀਏ can ask for forgiveness, we can repent, ਅਸੀਂ ਆਪ ਵੀ ਬਚ ਸਕੀਏ ਤੇ ਆਪਣੇ ਨਾਲਦਿਆਂ ਨੂੰ ਵੀ ਬਚਾ we ਸਕੀਏ can be saved, and we can also help our relatives and friends to be saved. ਤਾਂ ਕਿ ਕਦੇ ਵੀ ਕਿਸੇ ਵੀ ਹਾਲਤ ਵਿੱਚ ਪ੍ਰਭੂ ਜੀ ਅਸੀਂ
ਰੈਪਚਰ ਮਿਸ ਨਾ ਕਰ So, ਲਈਏ। in no way we should miss the rapture, Lord. Help us. ਯਿਸੂ ਨਾਮ ਚ In the ਮੰਗਦੇ ਹਾਂ। name of Jesus, we pray. ਆਮੀਨ। Amen. Amen. ਜੈ ਮਸੀਹ ਦੀ। ਗॉड ਬlesਸ ਯੂ ਸਾਰਿਆਂ ਨੂੰ। God bless you all, the brothers and sisters. Amen.